ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਦੇ ਵਿੱਚ ਜੁੜ ਬੈਠੇ ਬਹੁਤ ਹੀ ਸਤਿਕਾਰਯੋਗ ਮੁਅੱਜ਼ਿਜ਼ ਹਾਜ਼ਰੀਨ, ਆਓ ਸਭ ਤੋਂ ਪਹਿਲਾਂ ਗੁਰੂ ਤੇਗ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਤੇਗ ਪਾਤਸ਼ਾਹ ਦੀ ਪਵਿੱਤਰ ਗੋਦ ਦੇ ਵਿੱਚ ਅੱਜ ਅਸੀਂ ਇਸ ਵਿਸ਼ੇਸ਼ ਸੈਮੀਨਾਰ ਦੇ ਵਿੱਚ ਜੁੜੇ ਬੈਠੇ ਹਾਂ ਔਰ ਇਹ ਕੋਈ ਅਚਨਚੇਤੀ ਵਰਤਾਰਾ ਨਹੀਂ ਹੈ। ਇਹਦੇ ਪਿੱਛੇ ਅਸੀਂ ਬਹੁਤ ਸਾਰੀਆਂ ਕੁਝ ਮੀਟਿੰਗਸ ਕੀਤੀਆਂ, ਕੁਝ ਇਕੱਠੇ ਬਹਿ ਕੇ ਸੋਚਣ ਦਾ ਯਤਨ ਕੀਤਾ ਔਰ ਉਸ ਸੋਚ ਦੇ ਵਿੱਚ ਬਾਰ-ਬਾਰ ਅਸੀਂ ਇਸੇ ਗੱਲ ਦੇ ਉੱਪਰ ਹੀ ਮੰਥਨ ਕਰਨ ਦਾ ਯਤਨ ਕੀਤਾ। ਸਰਦਾਰ ਸਾਹਿਬ, ਸਰਦਾਰ ਅਜਮੇਰ ਸਿੰਘ ਹੁਣੀ, ਸਰਦਾਰ ਅਮਰਦੀਪ ਸਿੰਘ ਹੁਣੀ, ਅਕਸਰ ਸਾਡਾ ਜਿਹੜਾ ਧਿਆਨ ਸੀ ਇਸ ਗੱਲ ਦੇ ਉੱਪਰ ਬਾਰ-ਬਾਰ ਕੇਂਦਰਿਤ ਹੁੰਦਾ ਸੀ ਕਿ ਜਿਹੜੀਆਂ ਗੱਲਾਂ ਦੀਪ ਸਿੱਧੂ ਨੇ ਕੀਤੀਆਂ ਉਹ ਸਾਰੀਆਂ ਸਾਡੀ ਤਾਰੀਖ ਦੇ ਵਿੱਚ ਪਈਆਂ ਨੇ। ਜਿਹੜੇ ਵਰਤਾਰਿਆਂ ਦੀ ਗੱਲ ਕੀਤੀ ਉਹ ਸਾਡੇ ਇਤਿਹਾਸ ਦੇ ਵਿੱਚ ਪਏ ਨੇ। ਜਿਹੜੇ ਸੰਤਾਪ ਦੀ ਗੱਲ ਕੀਤੀ ਉਹ ਸਾਡੇ ਉੱਪਰ ਵਾਪਰ ਰਿਹਾ। ਪਰ ਵਿਲੱਖਣਤਾ ਕੀ ਸੀ, ਵਿਸ਼ੇਸ਼ਤਾ ਕੀ ਸੀ ਕਿ ਉਹਨਾਂ ਵਰਤਾਰਿਆਂ ਦੀ ਵਿਆਖਿਆ ਦੇ ਉੱਪਰ ਤੇ ਬਹੁਤ ਵੱਡੀਆਂ ਕਿਤਾਬਾਂ ਵੀ ਲਿਖੀਆਂ ਜਾ ਚੁੱਕੀਆਂ ਨੇ, ਬਹੁਤ ਲੇਖਕਾਂ ਨੇ ਲੰਬੇਰਾ ਕੰਮ ਕੀਤਾ ਹੈ, ਪਰ ਉਹ ਨੌਜਵਾਨੀ ਨੂੰ ਇੰਨਾ ਪ੍ਰਭਾਵਿਤ ਨਹੀਂ ਕਰ ਸਕੇ। ਸੋ ਦੀਪ ਦੇ ਵਿੱਚ ਅਜਿਹੀ ਕਿਹੜੀ ਚੀਜ਼ ਸੀ ਜਿਹੜੀ ਇਸ ਨੌਜਵਾਨੀ ਦੀ ਮਾਨਸਿਕਤਾ ਨੂੰ ਟੁੰਬ ਕੇ ਰੱਖ ਗਈ। ਸੋ ਆ ਜਾ ਕੇ ਜਦੋਂ ਅਸੀਂ ਇਹਦਾ ਸਾਰਾ ਵਿਸ਼ਲੇਸ਼ਣ ਕੀਤਾ ਨਾ ਤੇ ਸਾਡੇ ਸਾਹਮਣੇ ਸੀ ਸੋਚ ਵੀ ਆ ਜਾ ਕੇ ਉਹਦੀ ਸੋਚ ਦੇ ਵਿੱਚ ਕੀ ਸੀ, ਕਿਉਂਕਿ ਬਹੁਤ ਸਾਰੇ ਇੱਥੇ ਵੀਰ ਬੈਠੇ ਹੋਣਗੇ ਜਿਨ੍ਹਾਂ ਦਾ ਦੀਪ ਦੇ ਨਾਲ ਸਰੀਰ ਕਰਕੇ ਭਾਵ ਕੇ ਮਿਲਾਪ ਨਹੀਂ ਹੋਇਆ, ਨਹੀਂ ਮਿਲੇ। ਕਿਤੇ ਹੋ ਸਕਦਾ ਹੱਥ ਸੁੱਟਣ ਦਾ, ਗਲਵੱਕੜੀ ਪਾਉਣ ਦਾ ਮੌਕਾ ਵੀ ਨਾ ਮਿਲਿਆ ਹੋਵੇ, ਪਰ ਉਹ ਦੀਪ ਦੀ ਸੋਚ ਤੋਂ ਬਹੁਤ ਪ੍ਰਭਾਵਿਤ ਨੇ। ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਨੌਜਵਾਨ ਵੀਰ ਤੇ ਭੈਣਾਂ ਅੱਜ ਵੀ ਦੀਪ ਦੀ ਗੱਲ ਕਰਦੇ ਨੇ ਤੇ ਰੋਣਾ ਸ਼ੁਰੂ ਕਰ ਦਿੰਦੇ ਨੇ। ਸੋ ਇਹ ਜਜ਼ਬਾਤ, ਇਹ ਜਜ਼ਬਾਤੀ ਸਾਂਝਾ ਇਹ ਕੇਵਲ ਤੇ ਕੇਵਲ ਸੋਚ ਦੇ ਕਰਕੇ ਸੀ। ਸੋ ਉਹਦੀ ਸੋਚ ਦੇ ਵਿੱਚ ਕੀ ਸੀ, ਜਦੋਂ ਅਸੀਂ ਆ ਲੋਗੋ ਡਿਜ਼ਾਈਨ ਕਰ ਰਹੇ ਸੀ ਉਸਦੀ ਸੋਚ ਦੇ ਬਾਰੇ, ਭਾਵੇਂ ਇਹ ਕੋਈ ਜਥੇਬੰਦੀ ਨਹੀਂ, ਇੱਕ ਮੰਚ ਹੈ ਜਿਹਦੇ ਉੱਪਰ ਅਸੀਂ ਇਸ ਸੋਚ ਦੀ ਗੱਲ ਕਰਦੇ ਰਵਾਂਗੇ ਕਿ ਪਾਤਸ਼ਾਹੀ ਦਾਵਾ ਹੈ ਕੀ, ਤੇ ਮਾਣੇ ਹੋਏ ਸਟੇਟ ਦੀਆਂ ਜਿਹੜੀਆਂ ਯਾਦਾਂ ਤੇ ਮਾਣੇ ਹੋਏ ਰਾਜ ਸੱਤਾ ਦੇ ਜਿਹੜੇ ਸੰਕਲਪ ਸਾਡੇ ਹਿਰਦੇ 'ਚ ਪਏ ਨੇ ਉਹ ਭਵਿੱਖ ਦੇ ਵਿੱਚ ਵੀ ਸਿਰਜਣ ਦੇ ਵਾਸਤੇ ਸਾਨੂੰ ਕਿੰਨਾ ਆਧਾਰਾਂ ਦੀ ਲੋੜ ਹੈ। ਸੋ ਅਸੀਂ ਇੱਕ ਲੰਬਾ ਸਮਾਂ ਇਸ ਦੇ ਉੱਪਰ ਲਗਾਇਆ ਕਿ ਹੋਵੇ ਕੀ, ਇਹਨੂੰ ਕਿਵੇਂ ਪਰਿਭਾਸ਼ਿਤ ਕਰੀਏ, ਇਹਨੂੰ ਕਿਵੇਂ ਡਿਫਾਈਨ ਕਰੀਏ। ਸੋ ਕੁਝ ਤੁਹਾਨੂੰ ਥੋੜਾ ਜਿਹਾ ਸਮਝਣ ਦੀ ਲੋੜ ਹੈ ਕਿ ਇਸ ਲੋਗੋ ਦਾ ਆਧਾਰ ਹੈ ਹਮ ਰਾਖਤ ਪਾਤਸ਼ਾਹੀ ਦਾ, ਕਲੇਮ ਆਫ ਥਰੋਨ, ਪਾਤਸ਼ਾਹੀ ਦਾਵਾ ਰੱਖਣਾ। ਪਰ ਜੇ ਬੰਦਾ ਸ਼ਬਦਾਂ 'ਚ ਗਈ ਜਾਵੇ, ਜਿਸ ਤਰ੍ਹਾਂ ਦੇ ਨਾਲ ਮੈਨੂੰ ਯਾਦ ਹੈ ਸਰਦਾਰ ਸਾਹਿਬ ਬੈਠੇ ਨੇ, ਸਰਦਾਰ ਅਜਮੇਰ ਸਿੰਘ ਹੁਣੀ, ਤੇ ਇੱਕ ਦਿਨ ਦੀਪ ਸਿੱਧੂ ਨੇ ਮੈਨੂੰ ਤੇ ਇਹਨਾਂ ਨੂੰ ਬੁਲਾ ਲਿਆ ਆਪਣੇ ਘਰ ਤੇ ਕਹਿੰਦਾ ਕਿ ਮੈਂ ਕੁਝ ਅਹਿਮ ਵਿਚਾਰਾਂ ਕਰਨੀਆਂ ਨੇ। ਤੇ ਸਰਦਾਰ ਸਾਹਿਬ ਹੁਣਾਂ ਨੂੰ, ਸਰਦਾਰ ਅਜਮੇਰ ਸਿੰਘ ਹੁਣਾਂ ਨੂੰ, ਉਹਨਾਂ ਦਾ ਦੀਪ ਦਾ ਪਹਿਲਾ ਸਵਾਲ ਸੀ, ਉਹ ਸਵਾਲ ਸੀ ਕਿ ਅਸੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਖੜੇ ਹੋ ਕੇ ਰੋਜ਼ ਪੜ੍ਹਦੇ ਹਾਂ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਹੋਏ। ਕੀ ਇਹ ਗੱਲ ਕੇਵਲ ਸ਼ਬਦਾਂ ਤੱਕ ਹੀ ਸੀਮਤ ਹੈ ਜਾਂ ਸਾਡਾ ਇੱਕ ਮਕਸਦ ਵੀ ਹੈ? ਜੇ ਤੇ ਸ਼ਬਦਾਂ ਤੱਕ ਸੀਮਤ ਹੈ ਤਾਂ ਫਿਰ ਹੋਰ ਵੀ ਲੱਖਾਂ ਸਾਲ ਪੜ੍ਹੀ ਜਾਓ, ਪਰ ਜੇ ਗੁਰੂ ਦੀ ਹਜ਼ੂਰੀ ਦੇ ਵਿੱਚ ਮਕਸਦ ਹੈ ਫਿਰ ਤਾਂ ਇਹਦੇ ਵਾਸਤੇ ਤਤਪਰ ਹੋਣਾ ਪਵੇਗਾ, ਯਤਨਸ਼ੀਲ ਹੋਣਾ ਪਵੇਗਾ। ਸੋ ਜੇ ਮਨੁੱਖ ਨੇ ਸਿਰਫ ਇਹ ਸਟੇਜ ਤੋਂ ਮੇਰੇ ਵੱਲੋਂ ਕਹਿਣਾ ਹੀ ਹੈ ਹਮ ਕੋ ਲੋੜ ਨਵਾਬੀ ਨਹੀਂ, ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ, ਪਾਤਸ਼ਾਹੀ ਛੱਡ ਕੇ ਲਿਵੇ ਨਵਾਬੀ, ਇਤ ਉਤ ਕੇ ਹਮ ਕਰੇ ਖਰਾਬੀ, ਹਮ ਕੋ ਪਾਤਸ਼ਾਹੀ ਨਾਨਕ ਦਈ। ਜੇ ਤਾਂ ਪੰਥ ਪ੍ਰਕਾਸ਼ ਦੇ ਵਿੱਚੋਂ ਕੇਵਲ ਇਹ ਸਤਰਾਂ ਪੜ੍ਹਦੀਆਂ ਤਾਂ ਪੜ੍ਹੀਆਂ ਜਾ ਸਕਦੀਆਂ, ਪਰ ਜੇਕਰ ਪਾਤਸ਼ਾਹੀ ਦਾਵੇ ਤੋਂ ਉਹਦੇ ਮੰਤਵ ਤੱਕ
ਜਿਹੜਾ ਸੈਂਟਰਲ ਆਈਡੀਆ, ਰਾਜ ਕਰੇਗਾ ਖਾਲਸਾ। ਜੇਕਰ ਉਸ ਪਾਤਸ਼ਾਹੀ ਦਾਅਵੇ ਤੋਂ ਰਾਜ ਕਰੇਗਾ ਖਾਲਸਾ ਤੱਕ ਪਹੁੰਚਣਾ, ਤੇ ਫਿਰ ਤੁਹਾਨੂੰ ਵਿਚਕਾਰ ਇੱਕ ਚੀਜ਼ ਨਜ਼ਰ ਆ ਰਹੀ ਹੈ, ਬਾਜ। ਫਿਰ ਉਹ ਗੁਣ ਹੋਣੇ ਬੜੇ ਜ਼ਰੂਰੀ ਹੈ। ਬਾਜ ਦੇ ਕੁਝ ਗੁਣ ਨੇ। ਤੁਹਾਨੂੰ ਇਹ ਵੀ ਯਾਦ ਹੋਵੇਗਾ ਕਿ ਜਿਹੜੀ ਸਾਡੀ ਪਹਿਲੀ ਜੰਗ ਹੋਈ ਹੈ 6ਵੇਂ ਪਾਤਸ਼ਾਹ ਦੇ ਸਮੇਂ ਬਾਜ ਤੋਂ ਹੋਈ। 6ਵੇਂ ਪਾਤਸ਼ਾਹ ਨੇ ਬਾਜ ਰੱਖਿਆ, 7ਵੇਂ ਪਾਤਸ਼ਾਹ ਨੇ ਰੱਖਿਆ, 9ਵੇਂ ਪਾਤਸ਼ਾਹ ਨੇ ਰੱਖਿਆ, ਤੇ 10ਵੇਂ ਪਾਤਸ਼ਾਹ ਨੂੰ ਅਸੀਂ ਕਹਿੰਦੇ ਪਿਆਰ ਦੇ ਨਾਲ ਬਾਜਾ ਹੋਇਆ। ਸੋ ਬਾਜ ਦੇ ਕੁਝ ਗੁਣ ਨੇ। ਜਦੋਂ ਤੁਸੀਂ ਪਾਤਸ਼ਾਹੀ ਦਾਅਵੇ ਦਾ ਸੰਕਲਪ ਹਿਰਦੇ 'ਚ ਧਾਰ ਕੇ ਪਾਤਸ਼ਾਹੀ ਦਾਅਵੇ ਦੇ ਇਸ ਆਧਾਰ ਨੂੰ ਲੈ ਕੇ ਪਾਤਸ਼ਾਹੀ ਤੱਕ ਪਹੁੰਚਣਾ, ਤੇ ਉਹਨਾਂ ਗੁਣਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਨਹੀਂ ਤੇ ਮਹਿਜ਼ ਸ਼ਬਦ ਨੇ, ਮੈਂ ਵੀ ਬੋਲ ਕੇ ਚਲਾ ਜਾਵਾਂਗਾ, ਤੁਸੀਂ ਸੁਣ ਕੇ ਚਲੇ ਜਾਓਗੇ। ਸੋ ਉਹਦਾ ਆਧਾਰ ਕੀ ਹੈ? ਬਾਜ ਦਾ ਪਹਿਲਾ ਗੁਣ, गुजर औकात कर लेता है वो हो ब्याबा में, शाही के लिए जिल्लत है कारे आशियां बनती। बाज कभी पिंजरे च नहीं रखा जाता। बहुत सारे वीर गल्फ कंट्री के विचों किते आए होणगे जरूर। बाज नूं तुसीं कभी पिंजरे दे विच नहीं रखोगे, उसनूं कमरे च रखा जाता। बकायदा ਜਿਹੜੇ ਅਮੀਰ ਸ਼ੇਖ ਨੇ, ਮੈਂ ਉਹਨਾਂ ਦੇ ਘਰਾਂ 'ਚ ਜਾ ਕੇ ਵੇਖਿਆ, ਬੜੇ ਸੋਹਣੇ ਕਮਰੇ ਨੇ, AC ਲੱਗੇ ਹੋਏ ਨੇ, ਪਰ ਤੁਸੀਂ ਬਾਜ ਦੀ ਕਦੀ ਪਿੰਜਰੇ ਦੇ ਵਿੱਚ ਤਸਵੀਰ ਨਹੀਂ ਵੇਖੋਗੇ। ਉਹਦਾ ਇੱਕ ਸੁਭਾਅ ਹੈ, ਉਹ ਸਲਾਖਾਂ ਦੇ ਪਿੱਛੇ ਰਹਿਣਾ ਪਸੰਦ ਹੀ ਨਹੀਂ ਕਰਦਾ, ਜਾਂ ਫਿਰ ਉਹਨੂੰ ਤੋੜਨ ਦਾ ਯਤਨ ਕਰਦਾ, ਆਪ ਮਰ ਜਾਂਦਾ ਜਾਂ ਸਲਾਖਾਂ ਤੋੜ ਦਿੰਦਾ। ਇਹ ਸਿੱਖ ਦਾ ਕੇਵਲ ਤੇ ਕੇਵਲ ਸੁਚੇਤ ਰੂਪ ਦੇ ਵਿੱਚ ਹੀ ਨਹੀਂ, ਉਹਦੀ ਅਚੇਤ ਮਾਨਸਿਕ ਸੱਤਾ ਦੇ ਵਿੱਚ ਵੀ ਗੁਰੂ ਨੇ ਸੰਕਲਪ ਵਸਾਤਾ ਕਿ ਪਰਾਧੀਨ ਸੁਪਨੇ ਸੁਖ ਨਾ। ਗੁਲਾਮੀ ਸਿੱਖ ਨੇ ਸੁਪਨੇ 'ਚ ਵੀ ਸਵੀਕਾਰ ਨਹੀਂ ਕਰਨਾ। ਪਰ ਕਿਸ ਸਿੱਖ ਨੇ? ਜਿਹੜਾ ਗੁਲਾਮ ਗੁਰੂ ਦਾ। सो अगली गल है, प्रवास है दोनों की एक ही फिजा में, करगस का जहा और है शाही का जमा और। आसमान दे विच तुसीं वेखो ते इल ते बाज उड़दे इक्को ਜਿਹੇ लगदे ने। इल भी उड़ रही हुंदी है, करगस फारसी च इल नूं किहा जांदा है, ते बाज भी उड़ रहा होंदा है। पर जदों वो हेठां नूं आउणगे ना, इल मुरदार वाले पासे आवेगी जिथे किते मुर्दा जानवर दिसेगा, ते शेर का बाज जिहड़ा वो जंगली जानवर का जिउंदे दा शिकार करेगा। वो कभी किसी का मारिया हुआ शिकार नहीं खाता, भाव कि किसी का हक नहीं खाता। जिहड़ा सानूं गुरु साहब ने कहा, हक पराया नानका उस सूअर उस गाय। सो ये बात का दूजा गुण है। तीजा गुण तो मैनूं लगदा कि दीप की जिंदगी दे विचों समझिया जा सकता। ਜਿਹੜੀ ਗੱਲ ਵੀਰ ਜੀ ਅਮਰਦੀਪ ਸਿੰਘ ਹੁਣਾਂ ਨੇ ਕੀਤੀ ਸੀ ਨਾ, ਕਿ ਹਵਾ ਦੇ ਰੁੱਖ ਦਾ ਫਿਕਰ ਪਤੰਗਾਂ ਨੂੰ ਹੁੰਦਾ ਹੈ, ਬਾਜਾਂ ਨੂੰ ਨਹੀਂ ਹੁੰਦਾ। ਉਸ ਸੰਘਰਸ਼ੀਲ ਵਿਅਕਤੀ ਦੀ ਜ਼ਿੰਦਗੀ ਦਾ ਇੱਕ ਅਹਿਮ ਨਿਚੋੜ ਹੈ। ਹੁਣ ਇੱਥੇ ਤੁਸੀਂ ਵੇਖੋ, ਕਿਸਾਨ ਲੀਡਰਸ਼ਿਪ ਸੰਘਰਸ਼ ਦੀ ਆਗੂ ਲੀਡਰਸ਼ਿਪ ਹੈ ਦੀਪ ਦੇ ਖਿਲਾਫ। ਜਿਨ੍ਹਾਂ ਦੇ ਖਿਲਾਫ ਸੰਘਰਸ਼ ਰੱਖਿਆ ਜਾ ਰਿਹਾ ਦੀਪ ਦੇ ਖਿਲਾਫ, ਜਿਨ੍ਹਾਂ ਦੇ ਬਾਰੇ ਕਿਹਾ ਜਾ ਰਿਹਾ ਕਿ ਦੀਪ ਬੀਜੇਪੀ ਦਾ ਬੰਦਾ, ਉਹ ਦੀਪ ਦੇ ਖਿਲਾਫ। ਜਿਹੜੀਆਂ ਸਟੇਟ ਏਜੰਸੀਜ਼ ਨੂੰ ਕਿਹਾ ਜਾ ਰਿਹਾ ਕਿ ਦੀਪ ਏਜੰਸੀਆਂ ਦਾ ਬੰਦਾ, ਉਹ ਦੀਪ ਦੀ ਪੁੱਛਗਿੱਛ ਕਰ ਰਿਹਾ। ਤੇ ਜਿਨ੍ਹਾਂ ਦੇ ਵਾਸਤੇ ਕਰ ਰਿਹਾ, ਉਹ ਕਹਿ ਰਹੇ ਨੇ ਦੀਪ ਸੰਘਰਸ਼ ਨੂੰ ਖਤਮ ਕਰ ਰਿਹਾ। ਇਹ ਸਾਰੀਆਂ ਹੀ ਹਵਾਵਾਂ ਉਹਦੇ ਖਿਲਾਫ ਨੇ। ਉਹਦੇ ਬਾਵਜੂਦ ਵੀ ਉਹ ਨੌਜਵਾਨੀ ਦੀ ਮਾਨਸਿਕਤਾ ਦਾ ਨਾਇਕ ਨੇ, ਕਿਉਂਕਿ ਇਹ ਬਾਜ਼ ਦਾ ਇਹ ਵੀ ਗੁਣ ਹੈ। ਜਦੋਂ ਹਵਾ ਚੱਲਦੀ ਹੈ ਤੇ ਪ੍ਰਵਾਸ ਭਰਨ ਵਾਲੇ ਸਾਰੇ ਪੰਛੀ ਹਵਾ ਦੇ ਰੁੱਖ ਦੇ ਅਨੁਸਾਰ ਚੱਲਦੇ ਨੇ, ਪਰ ਬਾਜ਼ ਦਾ ਇੱਕ ਗੁਣ ਵੱਖਰਾ ਹੈ, ਤੁਮ ਦੀਏ ਬਾਦੀਏ ਪਰ ਖਿਲਾਫ ਸੇ ਮਤ ਘਬਰਾ, ਐ ਉਕਾਬ ਜੇ ਤੋਂ ਚਲਤੀ ਹੈ ਤੁਝੇ ਊਰਜਾ ਉਡਾने के लिए। ਬਾਜ਼ ਸ਼ੁਰੂਆਤੀ ਹਵਾ ਦੇ ਰੁੱਖ ਦੇ ਉਲਟ ਕਰਦਾ ਹੈ। ਇਹ ਵੀ ਉਸ ਦਾ ਕਿ ਸਿੱਖ ਨੇ ਭੇਡ ਚਾਲ ਦੇ ਸ਼ਿਕਾਰ ਨਹੀਂ ਹੋਣਾ ਕਿ ਜਿੱਧਰ ਨੂੰ ਸਾਰੇ ਜਾ ਰਹੇ ਨੇ ਅਸੀਂ ਉੱਧਰ ਹੀ ਚਲੇ ਜਾਈਏ। ਇਹ ਸਿੱਖ ਦੇ ਜੀਵਨ ਦਾ ਹਿੱਸਾ ਰਹੇਗਾ। ਅਗਲਾ ਹੋਰ ਬੜਾ ਅਹਿਮ ਗੁਣ ਹੈ ਕਿ ਜ਼ਿੰਦਗੀ ਦੇ ਵਿੱਚ, ਮੈਨੂੰ ਯਾਦ ਹੈ ਕਈ ਵਾਰੀ ਭਾਜੀ ਨੇ ਅਜਮੇਰ ਸਿੰਘ ਨੇ ਮੈਨੂੰ ਫੋਨ ਕਰਨਾ, ਦੀਪ ਨੂੰ ਕਹਿ 2:30 ਵਜੇ ਆ, ਤੇ 2:30 ਵਜੇ ਜਾ ਕੇ ਉੱਥੇ ਲਾਈਵ ਹੋਇਆ।
ਤੇ ਮੈਂ ਵੀ ਕਹਿਣਾ ਦੀਪ ਤੂੰ ਕੱਲਾ, ਸਾਰੇ ਤੇਰੇ ਵੈਰੀ ਉੱਥੇ ਬਣੇ ਫਿਰਦੇ ਆ, ਤੇ ਤੂੰ ਉੱਥੇ ਫੋਨ ਫੜ ਕੇ ਜਾ ਕੇ 2:30 ਵਜੇ ਲਾਈਵ ਹੋ ਜਾਂਦਾ, ਜਿੱਥੋਂ ਪਤਾ ਵੀ ਲੱਗ ਰਿਹਾ ਹੁੰਦਾ ਕਿ ਬੰਦਾ ਇਸ ਵੇਲੇ ਕਿੱਥੇ ਹੈ। ਦਰਅਸਲ ਇਹ ਵੀ ਮਨੁੱਖ ਦੇ ਇੱਕ ਸੁਭਾਅ ਦਾ ਹਿੱਸਾ ਹੁੰਦਾ ਹੈ ਡਰ। ਔਰ ਬਾਜ਼ ਦੀ ਜ਼ਿੰਦਗੀ ਦੇ ਵਿੱਚ ਇਹ ਗੱਲ ਭਰੀ ਪਈ ਹੈ, ਹਮਾਮੋ ਕਬੂतर का भूखा नहीं मैं कि है जिंदगी बाज की जायदाना, पलटना झपटना झपट कर लपटना लहू गर्म रखने का है एक बहाना। ਜ਼ਿੰਦਗੀ ਦੇ ਵਿੱਚ ਐਵੇਂ ਦੇ ਸੰਘਰਸ਼ ਤੇ ਉਹਨਾਂ ਦੇ ਪੜਾਅ ਨਾ ਆਉਣ ਤੇ ਤੁਹਾਨੂੰ ਇਕਸਾਰ ਚੱਲਦੀ ਜ਼ਿੰਦਗੀ ਕਦੀ ਚੰਗੀ ਨਹੀਂ ਲੱਗੀ। ਜਿਸ ਜ਼ਿੰਦਗੀ 'ਚ ਸੰਘਰਸ਼ ਹੀ ਨਹੀਂ ਹੈ, ਸਟਰਗਲ ਹੀ ਨਹੀਂ ਹੈ, ਉਹਦੇ ਵਿੱਚ ਕੁਛ ਨਹੀਂ ਹੈ। ਤੇ ਇੰਨੇ ਸਾਰੇ ਗੁਣਾਂ ਦੇ ਹੋਣ ਦੇ ਬਾਵਜੂਦ ਇੱਕ ਸਭ ਤੋਂ ਅਹਿਮ ਗੁਣ ਜਿਹੜਾ ਅਸੀਂ ਗੁਰੂ ਦੀ ਹਜ਼ੂਰੀ 'ਚ ਰੋਜ਼ ਅਰਦਾਸ 'ਚ ਮੰਨਦੇ ਹਾਂ। ਜਦੋਂ ਦੀਪ ਜੇਲ੍ਹ ਦੇ ਵਿੱਚੋਂ ਜ਼ਮਾਨਤ ਦੇ ਉੱਪਰ ਆਇਆ, ਅਸੀਂ ਕਿਤੇ ਇਕੱਠੇ ਬੈਠੇ ਸੀ ਤੇ ਫੋਨ ਖੋਲਦਿਆਂ ਕਹਿੰਦਾ ਇਹਨੂੰ ਫੋਨ ਕਰ ਲਈਏ। ਮੈਂ ਕਿਹਾ ਦੀਪ ਤੂੰ ਜੇਲ੍ਹ ਦੇ ਵਿੱਚ ਸੀ ਯਾਰ, ਇਹਨਾਂ ਵਿਰੋਧਤਾ ਬੜੀ ਕੀਤੀ। ਕਹਿੰਦਾ ਬਾਈ ਜੀ ਛੱਡੋ, ਅਸੀਂ ਫੋਨ ਕਰੀਏ, ਸਾਡਾ ਫਰਜ਼ ਬਣਦਾ ਹੈ। ਫਿਰ ਕੀ ਮੈਂ ਉਹਨਾਂ ਵਿਰੋਧਤਾ ਕੀਤੀ ਹੈ, ਅਸੀਂ ਨਹੀਂ ਕਰਦੇ। ਸੋ ਉਹਦਾ ਇੱਕ ਗੁਣ ਹੈ ਬਾਜ਼ ਦਾ, ਉਹ ਗੁਣ ਇਹ ਹੈ, नहीं तेरा ठिकाना कसरे सुल्तानी के गुंबद पर, तू शाही है बसेरा कर पहाड़ों की चट्टानों पर। वो काफी रूह जब बेदार होती है नौजवानी में, नजर आती है उनको अपनी मंजिल आसमानों पर। बाज तुसी जिन्नियां तस्वीरां वेखोगे ना, तुसी वेखोगे किते उच्ची चोटी ते बैठा है, ਉੱਚੇ ਖੰਭੇ ਤੇ ਬੈਠਾ ਹੈ। ਜਦੋਂ ਉਸ ਨੂੰ ਸਿੱਖੀ ਦੇ ਨਾਲ ਅਸੀਂ ਜੋੜ ਕੇ ਕਰਦੇ ਸੀ ਤਾਂ ਨਿਸ਼ਾਨ ਸਾਹਿਬ ਦੇ ਉੱਪਰ ਬੈਠਾ ਵਿਖਾਉਂਦੇ, ਬਾਜ ਕਦੀ ਤੁਹਾਨੂੰ ਜ਼ਮੀਨ ਤੇ ਬੈਠਾ ਨਜ਼ਰ ਹੀ ਨਹੀਂ ਆਉਂਦਾ। बाज हमेशा ऊंची जगह पे बैठता, नहीं तेरा ठिकाना कसरे सुल्तानी के गुंबद पर, तू शाही है बसेरा कर पहाड़ों की चट्टानों पर। ਉੱਚੀ ਤੋਂ ਉੱਚੀ ਜਗ੍ਹਾ, ਥੱਲੇ ਤੇ ਤਖਤ ਵੀ ਪਿਆ ਹੈ ਨਾ, ਤੂੰ ਉਹਦੇ ਤੇ ਨਹੀਂ ਬੈਠਣਾ। ਥੱਲੇ ਤੇ ਤਖਤ ਵੀ ਪਿਆ ਹੈ, ਤੂੰ ਉਹਦੇ ਤੇ ਨਹੀਂ ਬੈਠਣਾ। ਪਰ ਇੰਨੀ ਉੱਚੀ ਉਡਾਰੀ ਦੇ ਬਾਵਜੂਦ ਜਦੋਂ ਬਾਜ ਸ਼ਿਕਾਰ ਕਰਦਾ ਹੈ ਨਾ, ਤੇ ਜਿਸ ਸਪੀਡ ਦੇ ਨਾਲ ਹੇਠਾਂ ਨੂੰ ਆਉਂਦਾ ਹੈ, ਉਹ 350 किलोमीटर पर आवर ਤੋਂ ਉੱਪਰ ਹੁੰਦੀ ਹੈ ਉਹਦੀ ਜਿਹੜੀ ਸਪੀਡ ਹੈ। ਹੁਣ ਤੁਸੀਂ ਵੇਖੋ ਕਿ ਇੰਨੀ ਉੱਚੀ ਉੱਡਣਾ ਤੇ ਇੰਨੀ ਨੀਵੀਂ ਨਜ਼ਰ ਰੱਖਣੀ, ਤੇ ਸਿੱਖ ਨੂੰ ਇਹਦੇ ਵਿੱਚੋਂ ਇੱਕ ਗੱਲ ਨਹੀਂ ਸਿੱਖਣੀ ਚਾਹੀਦੀ ਕਿ ਮਨ ਨੀਵਾਂ ਤੇ ਮੱਤ ਉੱਚੀ। ਜਦੋਂ ਹੀ ਤੁਹਾਡੇ ਕੋਲ ਇਹ ਗੁਣ ਆ ਜਾਣਗੇ ਨਾ, ਪਾਤਸ਼ਾਹੀ ਦਾਅਵੇ ਦੇ ਸੰਕਲਪ ਨੂੰ ਸਮਝ ਕੇ ਜਦੋਂ ਇਹ ਗੁਣ ਆ ਜਾਣਗੇ ਕਿ ਗੁਲਾਮੀ ਸਵੀਕਾਰ ਨਹੀਂ ਕਰਨੀ, ਕਿਸੇ ਦਾ ਹੱਕ ਨਹੀਂ ਲੈਣਾ, ਸੰਘਰਸ਼ ਤੋਂ ਨਹੀਂ ਘਬਰਾਉਣਾ, ਭੇਡ ਚਾਲ ਦਾ ਹਿੱਸਾ ਨਹੀਂ ਬਣਨਾ, ਮਨ ਨੀਵਾਂ ਤੇ ਮੱਤ ਉੱਚੀ ਰੱਖਣੀ ਹੈ, ਉਸ ਦਿਨ ਤੁਸੀਂ ਉਸ ਰਾਜ ਸੱਤਾ ਵੱਲ ਵੱਧ ਸਕਦੇ ਹੋ ਜਿਹਨੂੰ ਅਸੀਂ ਉੱਪਰ ਲਿਖਿਆ ਰਾਜ ਕਰੇਗਾ ਖਾਲਸਾ। ਸੋ ਜਦੋਂ ਤੁਸੀਂ ਰਾਜ ਕਰੇਗਾ ਖਾਲਸਾ ਨੂੰ ਅੱਜ ਪ੍ਰਾਪਤ ਕਰਨਾ ਹੈ, ਤੇ ਫਿਰ ਤੁਹਾਨੂੰ ਦੋ ਚੀਜ਼ਾਂ ਦੀ ਲੋੜ ਹੈ। ਤੁਹਾਡੇ ਕੋਲ ਸਵਾਰਡ ਵੀ ਤੇ ਤੁਹਾਡੇ ਕੋਲ ਵਰਡ। ਦੀਪ ਦੇ ਇੱਕ ਹੱਥ ਦੇ ਵਿੱਚ ਮਾਈਕ ਹੈ ਤੇ ਇੱਕ ਸ਼ਮਸ਼ੀਰ ਹੈ। ਤੁਹਾਡੇ ਕੋਲ ਸ਼ਬਦ ਦੀ ਤਾਕਤ ਵੀ ਹੋਣੀ ਚਾਹੀਦੀ ਹੈ, ਤੁਹਾਡੇ ਕੋਲ ਤਲਵਾਰ ਦੀ ਤਾਕਤ ਵੀ ਹੋਣੀ ਚਾਹੀਦੀ ਹੈ। ਤੇ ਜਦੋਂ ਇਹ ਦੋ ਸ਼ਕਤੀਆਂ ਤੁਹਾਡੇ ਕੋਲ ਹੋਣਗੀਆਂ, ਫਿਰ ਤੁਹਾਡੀ ਸੋਚ ਦਾ ਦਾਇਰਾ ਇੰਨਾ ਵਿਸ਼ਾਲ ਹੋਣਾ ਚਾਹੀਦਾ ਹੈ ਜਿਹੜਾ ਹਰ ਭਾਸ਼ਾ ਦੇ ਵਿੱਚ ਇੱਕ ਬ੍ਰਹਮੰਡੀ ਗਿਆਨ ਨੂੰ ਲੈ ਕੇ ਸਾਰੀ ਦੁਨੀਆ ਤੱਕ ਦੱਸ ਸਕੇ ਕਿ ਹਲੇਮੀ ਰਾਜ ਦਾ ਸੰਕਲਪ ਇਹ ਹੁੰਦਾ ਹੈ ਜਿਹਦੇ ਵਿੱਚ ਧਰਮ ਤੇ ਰਾਜਨੀਤੀ ਦੇ ਦੋ ਨਿਸ਼ਾਨ ਚਲਾਏ ਜਾ ਸਕਦੇ। ਸੋ ਇਸ ਸਾਰੇ ਲੋਗੋ ਦੇ ਵਿੱਚੋਂ ਤੁਸੀਂ ਦੀਪ ਦੀ ਸੋਚ ਕੀ ਸੀ ਉਸ ਨੂੰ ਡਿਫਾਈਨ ਕਰ ਸਕਦੇ ਹੋ। ਜਦੋਂ ਵੀ ਤੁਸੀਂ ਵੇਖੋਗੇ ਨਾ ਇਸ ਲੋਗੋ ਨੂੰ, ਤੁਹਾਨੂੰ ਪਤਾ ਲੱਗੇਗਾ ਕਿ ਸਾਡੇ ਮਨ 'ਚ ਕੀ ਹੋਵੇ, ਸਾਡੇ ਸੰਕਲਪ ਕੀ ਹੋਣ, ਸਾਡਾ ਨਿਸ਼ਾਨਾ ਕੀ ਹੋਵੇ, ਸਾਡੀ ਪਹੁੰਚ ਕੀ ਹੋਵੇ ਤੇ ਸਾਡਾ ਮਕਸਦ ਕੀ ਹੈ। ਇਹ ਤੁਹਾਨੂੰ ਸਾਰੀਆਂ ਚੀਜ਼ਾਂ ਇਸ ਲੋਗੋ ਦੇ ਵਿੱਚੋਂ ਸਮਝ ਲੱਗ ਜਾਣਗੀਆਂ। ਸੋ ਹੁਣ ਅਗਲੀ ਗੱਲ ਤੇ ਆਈ ਹੈ ਕਿ ਇਸ ਸੋਚ ਨੂੰ ਕਾਰਨ ਕੀ ਹੈ। ਪਾਤਸ਼ਾਹੀ ਦਾਅਵੇ ਦੇ ਉੱਪਰ ਮੈਂ ਵੀ ਬੜੇ ਲੈਕਚਰ ਕੀਤੇ, ਬਹੁਤ ਕੀਤੇ। ਹੋਂਦ ਦੇ ਉੱਪਰ, ਐਗਜ਼ਿਸਟੈਂਸ ਦੇ ਉੱਪਰ ਮੇਰੇ ਖਿਆਲ ਦੇ ਨਾਲ ਮੈਂ ਪਹਿਲੀ ਵਾਰੀ ਪੜ੍ਹਿਆ ਹੀ ਸਰਦਾਰ ਅਜਮੇਰ ਸਿੰਘ ਉਹਨਾਂ ਦੀ ਕਿਤਾਬ ਦੇ ਵਿੱਚੋਂ ਸ਼ਬਦ ਸੀ ਅਸਤਿਤਵ, ਸੰਸਕ੍ਰਿਤ 'ਚੋਂ ਆਇਆ ਸ਼ਬਦ। ਔਰ ਜਦੋਂ ਦੀਪ ਨੇ ਕਿਸਾਨ ਸੰਘਰਸ਼ ਦੇ ਕਾਨੂੰਨਾਂ ਦੀ ਗੱਲ ਚੱਲੀ, ਚਾਹੇ ਉਹ ਟ੍ਰੇਡ ਐਂਡ ਕਮਰਸ ਦੀ ਗੱਲ ਸੀ, ਚਾਹੇ ਉਹ ਅਸੈਂਸ਼ੀਅਲ ਕਮੋਡਿਟੀ ਐਕਟ ਦੀਆਂ ਅਮੈਂਡਮੈਂਟਸ ਦੀ ਗੱਲ ਸੀ,
ਜਾਂ ਫਿਰ ਉਸ ਤੋਂ ਅਸੀਂ ਹੋਰ ਅੱਗੇ ਆ ਜਾਈਏ ਤੇ ਕੰਟਰੈਕਟ ਫਾਰਮਿੰਗ ਦੀ ਗੱਲ ਸੀ। ਉਸਨੇ ਕਿਹਾ ਇਹ ਗੱਲਾਂ ਤਾਂ ਹੈ, ਇਹ ਅਲਾਮਤਾਂ ਨੇ, ਬਿਮਾਰੀ ਕਿਤੇ ਹੋਰ ਪਈ ਹੈ, ਇਹ ਬਿਮਾਰੀ ਦੀਆਂ ਨਿਸ਼ਾਨੀਆਂ ਹੋ ਸਕਦੀਆਂ ਨੇ, ਬਿਮਾਰੀ ਕੋਈ ਹੋਰ ਹੈ। ਤੇ ਉਹਦੇ ਵਿੱਚ ਉਹਨੇ ਕਿਹਾ ਤੁਸੀਂ ਸਿਰਫ ਇਹਨਾਂ ਖੇਤੀ ਵਿਰੋਧੀ ਕਾਨੂੰਨਾਂ ਵੱਲ ਨਾ ਤੱਕੋ, ਮਸਲਾ ਤੁਹਾਡੀ ਹੋਂਦ ਦਾ। ਤੇ ਜਿਹੜੀ ਹੋਂਦ ਹੁੰਦੀ ਹੈ ਨਾ, ਉਸ ਨੂੰ ਵੀ ਬਾਹਰੀ ਪੱਖ ਤੋਂ ਲੈ ਕੇ ਰੂਹਾਨੀ ਪੱਖ ਤੱਕ ਤੁਹਾਨੂੰ ਡਿਫਾਈਨ ਕਰਨਾ ਪਏਗਾ। ਜਿੰਨਾ ਚਿਰ ਤੱਕ ਤੁਸੀਂ ਹੋਂਦ ਨੂੰ, ਵੈਸੇ ਤਾਂ ਮੈਨੂੰ ਇੰਝ ਲੱਗਦਾ ਹੁੰਦਾ ਕਿ ਇਕੱਲੇ ਹੋਂਦ ਦੇ ਵਿਸ਼ੇ ਦੇ ਉੱਪਰ ਹੀ ਕਿੰਨੇ ਸੈਮੀਨਾਰ ਕੀਤੇ ਜਾ ਸਕਦੇ। ਉਹਦਾ ਇੱਕ ਕਾਰਨ ਹੈ। ਇੱਕ ਹੋਂਦ ਉਹ ਹੁੰਦੀ ਹੈ ਜਦੋਂ ਤੁਹਾਡੇ ਕੋਲ ਹੋਂਦ ਨੂੰ, ਜਦੋਂ ਤੁਸੀਂ ਬਾਹਰੀ ਤੌਰ ਤੇ ਵੇਖਦੇ ਹੋ ਤੇ ਹੱਥ ਨਾਲ ਜੋੜ ਕੇ ਵੀ ਵੇਖਦੇ ਹੋ, ਦੇਸ਼ ਕਾਲ ਦੇ ਦਾਇਰੇ 'ਚ ਵੇਖਦੇ ਹੋ। ਇੱਕ ਹੋਂਦ ਉਹ ਹੁੰਦੀ ਹੈ ਜਿੱਥੇ ਤੁਸੀਂ ਆਤਮਿਕ ਰੂਪ 'ਚ ਵੇਖਦੇ ਹੋ। ਪਰ ਉਹਨਾਂ ਦੋਵਾਂ ਨੂੰ ਪਰਿਭਾਸ਼ਿਤ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਦੀਪ ਇਹ ਗੱਲ ਕਰਦਾ ਹੈ ਕਿ ਇਹ ਤੁਹਾਡੀ ਹੋਂਦ ਦੀ ਗੱਲ ਹੈ ਤੇ ਅਗਵਾਈ ਅਕਾਲ ਪੁਰਖ ਕਰੇਗਾ, ਤੇ ਦਾਇਰੇ ਦੋਵੇਂ ਬਣ ਜਾਂਦੇ ਨੇ। ਅਕਾਲ ਪੁਰਖ ਦੀ ਅਗਵਾਈ ਦਾ ਜਿਹੜਾ ਦਾਇਰਾ ਹੈ, ਉਸ ਦਾ ਜਿਹੜਾ ਚਿੰਤਨ ਹੈ, ਉਹ ਤੁਸੀਂ ਰੂਹਾਨੀਅਤ ਦੇ ਵਿੱਚ ਹੀ ਕਰ ਸਕਦੇ ਹੋ। ਪਰ ਜਦੋਂ ਤੁਸੀਂ ਹੋਂਦ ਦੀ ਜੰਗ ਲੜਨ ਦੀ ਗੱਲ ਕਰਨੀ ਹੈ, ਤੁਸੀਂ ਜ਼ਮੀਨੀ ਪੱਧਰ ਦੇ ਉੱਪਰ ਵੀ ਲੜਨਾ ਹੈ। ਸੋ ਇਹ ਦੋ ਗੱਲਾਂ ਤੁਹਾਡੇ ਸਾਹਮਣੇ ਨੇ ਕਿ ਜਿਹੜੀ ਹੋਂਦ ਦੀ ਗੱਲ ਰੂਹਾਨੀਅਤ ਦੇ ਪੱਧਰ ਦੇ ਉੱਪਰ ਹੈ, ਉਸ ਨੂੰ ਦੈਵੀ ਤੌਰ ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। ਜਿਹੜੀ ਹੋਂਦ ਦੀ ਗੱਲ ਮਨੁੱਖੀ ਜਾਂ ਕਿਸੇ ਕੌਮ ਦੀ ਐਗਜ਼ਿਸਟੈਂਸ ਦੇ ਬਾਰੇ ਹੈ, ਉਸ ਨੂੰ ਰਾਜਸੱਤਾ ਨੂੰ ਲੈ ਕੇ ਜ਼ਮੀਨੀ ਤੌਰ ਤੇ ਪਰਿਭਾਸ਼ਿਤ ਕਰਨਾ ਬੜਾ ਜ਼ਰੂਰੀ ਹੈ। ਪਰ ਇਹਦੇ ਤਿੰਨ ਰੂਪ ਮੈਂ ਤੁਹਾਡੇ ਸਾਹਮਣੇ ਰੱਖ ਦਿੰਦਾ। ਕਈ ਵਾਰੀ ਹੁੰਦਾ ਕਿਸੇ ਕੌਮ ਦੇ ਕੋਲ ਹੱਦਬੰਦੀ ਹੁੰਦੀ ਹੈ, ਉਹਦਾ ਰਾਜ ਵੀ ਹੁੰਦਾ ਹੈ, ਪਰ ਉਹਦੇ ਵਿੱਚ ਵੀ ਉਹਦੀ ਹੋਂਦ ਦਾ ਇੱਕ ਆਤਮਿਕ ਸਰੂਪ ਬੜਾ ਵੱਖਰਾ ਹੁੰਦਾ ਹੈ। ਮਿਸਾਲ ਦੇ ਤੌਰ ਤੇ ਜਦੋਂ ਦੀਪ ਸਿੱਧੂ ਇਹ ਗੱਲ ਕਹਿੰਦਾ ਕਿ ਅਸੀਂ ਸਟੇਟ ਹੁੱਕ ਨੂੰ ਮਾਣਿਆ, ਤਾਂ ਕੁਦਰਤੀ ਉਸ ਦਾ ਸਿੱਧਾ ਨਿਸ਼ਾਨਾ ਬਾਬਾ ਬੰਦਾ ਸਿੰਘ ਬਹਾਦਰ ਜਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਜਦੋਂ ਸੰਘਰਸ਼ ਦੀ ਗੱਲ ਕਰਦਾ, ਮੈਨੂੰ ਯਾਦ ਹੈ ਇੱਕ ਦਿਨ ਬੈਠੇ ਸੀ ਪਟਿਆਲੇ ਪ੍ਰਾਪਤੇ ਘਰ, ਤੇ ਮੈਨੂੰ ਦੀਪ ਕਹਿੰਦਾ ਕਿ ਮੈਂ ਤੁਹਾਡਾ ਛੋਟੇ ਸਾਹਿਬਜ਼ਾਦਿਆਂ ਦਾ ਲੈਕਚਰ ਸੁਣਿਆ। ਮੈਂ ਕਿਹਾ ਫਿਰ? ਕਹਿੰਦਾ ਹੁਣ ਮੈਂ ਬਾਬਾ ਦੀਪ ਸਿੰਘ ਨੂੰ ਉਦੋਂ ਪੜ੍ਹਨਾ ਜਦੋਂ ਤੁਸੀਂ ਲੈਕਚਰ ਕਰੋਗੇ। ਮੈਂ ਦੋਵੇਂ ਲੈਕਚਰ ਕੀਤੇ ਬਾਬਾ ਦੀਪ ਸਿੰਘ ਉਹਨਾਂ ਦੇ ਜੀਵਨ ਦੇ ਉੱਪਰ। ਇਹ ਗੱਲ ਵੱਖਰੀ ਹੈ, ਅਪਲੋਡ ਉਦੋਂ ਹੋਏ ਜਦੋਂ ਉਹ ਜਾ ਚੁੱਕਾ ਸੀ, ਸ਼ਾਇਦ ਉਹ ਨਹੀਂ ਸੁਣ ਸਕਿਆ। ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਦੀਪ ਕਿ ਬਾਬਾ ਦੀਪ ਸਿੰਘ ਉਹਨਾਂ ਦੇ ਬਾਰੇ 2-3 ਕਿਤਾਬਾਂ ਹੋਈਆਂ, ਸਾਡੇ ਕੋਲ ਕੋਈ ਜ਼ਿਆਦਾ ਲਿਟਰੇਚਰ ਨਹੀਂ ਹੈਗਾ, ਪਰ ਇੱਕ ਬੜੀ ਅਹਿਮ ਕਿਤਾਬ ਹੈ ਤਹਿਮਾਸਨਾਮਾ ਫਾਰਸੀ ਦੀ, ਤੇ ਮੈਂ ਕਿਹਾ ਉਹਦਾ ਅੰਗਰੇਜ਼ੀ ਅਨੁਵਾਦ ਵੀ ਹੁਣ ਮਿਲ ਜਾਂਦਾ ਹੈ, ਤੇ ਮੈਂ ਕਿਹਾ ਤੂੰ ਉਹ ਪੜ੍ਹਦਾ? ਕਹਿੰਦਾ ਨਹੀਂ, ਪਹਿਲਾਂ ਮੈਂ ਤੁਹਾਡੇ ਕੋਲ ਸੁਣਨਾ ਫਿਰ ਮੈਂ ਪੜ੍ਹਨਾ। ਮੈਂ ਕਿਹਾ ਉਹ ਕਿਉਂ? ਕਹਿੰਦਾ ਮੈਂ ਇਹ ਵੇਖਣਾ ਚਾਹੁੰਦਾ ਕਿ ਸਾਡੇ ਜਰਨੈਲਾਂ ਦੇ ਵਿੱਚ ਇਹ ਗੁਣ ਕਿੱਥੋਂ ਆ ਰਿਹਾ ਹੈ ਕਿ ਇੰਨੀ ਛੋਟੀ ਆਯੂ ਦੇ ਵਿੱਚ ਬਾਬਾ ਫਤਿਹ ਸਿੰਘ ਵੀ ਸ਼ਹਾਦਤ ਪ੍ਰਾਪਤ ਕਰ ਰਿਹਾ ਹੈ, ਤੇ ਇੰਨੀ ਬਿਰਧ ਅਵਸਥਾ ਦੇ ਵਿੱਚ ਬਾਬਾ ਦੀਪ ਸਿੰਘ ਵੀ ਸ਼ਹਾਦਤ ਪ੍ਰਾਪਤ ਕਰ ਰਹੇ ਨੇ, ਪਰ ਸੰਕਲਪ ਤੇ ਸੰਕਲਪ ਦੀ ਪੂਰਤੀ ਦਾ ਨਿਸ਼ਾਨਾ ਹੈ। ਸੋ ਇਸ ਦਾ ਮਤਲਬ ਕਿ ਉਹ 18ਵੀਂ ਸਦੀ ਦੇ ਜਰਨੈਲਾਂ ਤੋਂ ਜਾਂ ਸਾਡੇ ਸਿੱਖ ਇਤਿਹਾਸ ਜਾਂ ਤਾਰੀਖ ਦੇ ਜਿਹੜੇ ਯੋਧੇ ਨੇ, ਜਿਹੜੇ ਸਾਡੇ ਹੀਰੇ ਨੇ, ਉਹਨਾਂ ਤੋਂ ਕਿੰਨਾ ਪ੍ਰਭਾਵਿਤ ਸੀ। ਜੇ ਅਸੀਂ ਉਹਦਾ ਅੱਜ ਦੀ ਗੱਲ ਕਰਦੇ ਸੀ ਤੇ ਉਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਤੋਂ ਲੈ ਕੇ ਜਦੋਂ ਉਹ ਬੁੱਧ ਸਿੰਘ ਉਹਨਾਂ ਤੋਂ ਪ੍ਰਭਾਵਿਤ ਹੋਣ ਦੀ ਗੱਲ ਕਰਦਾ ਸੀ, ਜਿਹੜੀ ਗੱਲ ਵੀਰ ਜੀ ਅਮਰਦੀਪ ਸਿੰਘ ਉਹਨਾਂ ਨੇ ਕੀਤੀ ਹੈ, ਤੇ ਸੱਚਮੁੱਚ ਉਸ ਗੋਦ ਦੇ ਵਿੱਚ ਖੇਡਣ ਦਾ ਆਨੰਦ ਮਾਣਿਆ ਸੀ। ਸੋ ਦੀਪ ਦੀ ਜਿਹੜੀ ਇਹ ਸੋਚ ਸੀ, ਉਹਦੇ 'ਚ ਇੱਕ ਸੁਮੇਲਤਾ ਸੀ, ਉਹਦੇ 'ਚ ਰੂਹਾਨੀਅਤ ਦਾ ਪੱਖ ਸੀ, ਉਹਦੇ 'ਚ ਤੁਹਾਡੇ 18ਵੀਂ ਸਦੀ ਦੇ ਇਤਿਹਾਸ ਦੇ ਪੱਖ ਸੀ, ਤੇ ਉਹਦੇ ਵਿੱਚ ਤੁਹਾਡੇ ਅੱਜ ਦੇ ਸੰਤਾਪ ਦੇ ਖਿਲਾਫ ਜੂਝਣ ਵਾਲੇ ਯੋਧਿਆਂ ਦਾ ਅੰਸ਼ ਸੀ। ਹੁਣ ਜਦੋਂ ਅਸੀਂ ਹੋਂਦ ਦੀ ਗੱਲ ਕਰਦੇ ਹਾਂ ਤਾਂ ਸਾਡੇ ਮਨ 'ਚ ਜਦੋਂ ਸਟੇਟਹੁੱਡ ਦੀ ਗੱਲ ਆਉਂਦੀ ਹੈ ਤਾਂ ਪਹਿਲੀ ਗੱਲ ਆਉਂਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਪਰ ਉਹਦੇ ਵਿੱਚ ਵੀ ਇੱਕ ਹੋਂਦ ਹੈ, ਉਹਦੇ 'ਚ ਇੱਕ ਵੱਖਰੀ ਤਰ੍ਹਾਂ ਦੀ ਹੋਂਦ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣੇ ਦਰਬਾਰ ਦੇ ਬਾਹਰ ਖੜਾ, ਉਹਦੇ ਨਾਲ ਕੁਝ ਅੰਗਰੇਜ਼ ਸਫੀਰ ਉਸ ਨੂੰ ਮਿਲਣ ਵਾਸਤੇ ਆਏ ਨੇ, ਤੇ ਨਿਹੰਗ ਸਿੰਘ ਘੋੜਿਆਂ ਦੇ ਉੱਪਰ ਸਵਾਰ ਹੋ ਕੇ ਆਉਂਦੇ ਨੇ, ਤੇ ਆਪਣੀਆਂ ਪਲੀਤੇਦਾਰ ਬੰਦੂਕਾਂ ਦੇ ਨਾਲ 7-8 ਫਾਇਰ ਕਰਦੇ ਨੇ ਰਣਜੀਤ ਸਿੰਘ ਦੇ ਦਰਬਾਰ ਦੇ ਕਿੰਗਰਿਆਂ ਨੂੰ ਜਾ ਕੇ ਵੱਜਦੀਆਂ ਗੋਲੀਆਂ। ਤੇ ਅੰਗਰੇਜ਼ ਸਫੀਰ ਪਤਾ ਕੀ ਕਹਿੰਦਾ? ਕਹਿੰਦਾ ਰਣਜੀਤ ਸਿੰਘ ਤੂੰ ਕਾਹਦਾ ਰਾਜਾ? ਤੇਰੇ ਰਾਜ ਦੇ ਵਿੱਚ ਕੋਈ ਅਨੁਸ਼ਾਸਨ ਨਹੀਂ,
ਚਾਰ ਪੰਜ ਨਿਹੰਗ ਸਿੰਘ ਆਏ, ਤੇਰੇ ਖਲੋਤਿਆਂ ਗੋਲੀਆਂ ਚਲਾ ਕੇ ਚਲੇ ਗਏ। ਕਹਿੰਦਾ ਹੈ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ। ਇਹੀ ਤਾਂ ਮੈਨੂੰ ਯਾਦ ਕਰਾਉਂਦੀਆਂ ਨੇ ਕਿ ਰਣਜੀਤ ਸਿੰਘ ਸਾਡੀ ਹੋਂਦ ਗੁਰੂ ਦੇ ਕਰਕੇ ਹੈ ਤੇ ਤੇਰੀ ਹੋਂਦ ਸਾਡੇ ਕਰਕੇ ਹੈ। ਸੋ ਇਸ ਹੋਂਦ ਦੀ ਗੱਲ ਨੂੰ ਸਿੱਖੀ ਦੇ ਜੀਵਨ ਚੋਂ ਕਿੱਥੇ ਕੱਢਿਆ ਜਾ ਸਕਦਾ ਹੈ? ਜਦੋਂ ਹੱਦਾਂ ਦੇ ਉੱਪਰ ਰਾਜ ਵੀ ਕਰ ਰਿਹਾ ਹੁੰਦਾ ਹੈ, ਉਹਦੇ ਬਾਵਜੂਦ ਵੀ ਹੋਂਦ ਉਹਦੇ ਅੰਦਰ ਹੁੰਦੀ ਹੈ। ਅਗਲੀ ਗੱਲ ਹੁੰਦੀ ਹੈ ਤੁਹਾਡੇ ਕੋਲ ਰਾਜ ਨਹੀਂ ਹੁੰਦਾ, ਤੁਸੀਂ ਜੰਗਲਾਂ 'ਚ ਬੈਠੇ ਹੋ, ਤੁਹਾਡੇ ਸਿਰਾਂ ਦੇ ਮੁੱਦ ਪੈ ਰਹੇ ਨੇ, ਤੁਹਾਡੇ ਬੱਚੇ ਘਰਾਂ 'ਚੋਂ ਚੁੱਕ ਚੁੱਕ ਕੇ ਕਤਲ ਕੀਤੇ ਜਾ ਰਹੇ ਨੇ, ਤੁਹਾਡੀਆਂ ਬੀਬੀਆਂ ਲਾਹੌਰ ਦੀਆਂ ਜੇਲ੍ਹਾਂ ਦੇ ਵਿੱਚ ਨੇ, ਬੱਚਿਆਂ ਦੇ ਟੁਕੜੇ ਝੋਲੀਆਂ 'ਚ ਪਾਏ ਜਾ ਚੁੱਕੇ ਨੇ। ਉਹ ਇੱਕ ਸੰਤਾਪ ਹੈ, ਉਹਦੇ ਵਿੱਚ ਕੌਮ ਦੇ ਕੁਝ ਜਰਨੈਲ ਬੈਠੇ ਨੇ ਨੂਰ ਦੀ ਸਰਾਂ ਦੇ ਕੋਲ, ਉਹਦੇ ਸਰਦਾਰ ਚੜ੍ਹਤ ਸਿੰਘ ਬੈਠੇ ਨੇ, ਨਵਾਬ ਕਪੂਰ ਸਿੰਘ ਬੈਠੇ ਨੇ, ਸਰਦਾਰ ਮਿੱਤ ਸਿੰਘ ਆਦਵਾਲੇ ਬੈਠੇ ਨੇ, ਉਹਦੇ ਤੋਂ ਇਲਾਵਾ ਸਰਦਾਰ ਹਰੀ ਸਿੰਘ ਤੇ ਕਰਮ ਸਿੰਘ ਵੀ ਬੈਠੇ ਨੇ। ਸਰਦਾਰ ਚੜ੍ਹਤ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ ਨਵਾਬ ਕਪੂਰ ਸਿੰਘ ਨੂੰ ਕਹਿੰਦੇ ਅਬਦਾਲੀ ਤੇ ਹਮਲਾ ਕਰੀਏ, ਅਬਦਾਲੀ ਦੇ ਉੱਪਰ ਹਮਲਾ ਕਰੀਏ। ਤੇ ਸਰਦਾਰ ਕਪੂਰ ਸਿੰਘ ਇਹਨਾਂ 'ਚ ਉਮਰ ਤੋਂ ਸਾਰਿਆਂ ਤੋਂ ਵਡੇਰੇ, ਨਵਾਬ ਤੇ ਸਿਆਣੇ ਸੀ। ਉਹ ਕਹਿੰਦੇ ਨੇ ਸਰਦਾਰ ਜੱਸਾ ਸਿੰਘ ਇਸ ਵਾਰ ਅਬਦਾਲੀ ਸਾਡੇ ਨਾਲ ਲੜਨ ਨਹੀਂ ਆਇਆ, ਅਬਦਾਲੀ ਤੇ ਦਿੱਲੀ ਦਰਬਾਰ ਦੇ ਨਾਲ ਲੜਨ ਵਾਸਤੇ ਜਾ ਰਿਹਾ। ਉਸ ਨੇ ਤਾਂ ਕਮਰੂਦੀਨ ਮੀਰ ਆਤਸ਼ ਤੇ ਮੁਹੰਮਦ ਸ਼ਾਹ ਜਾਂ ਉਸਦੇ ਮੁੰਡੇ ਮੀਰ ਮਨੂ ਦੇ ਨਾਲ ਲੜਨਾ ਹੈ, ਉਹ ਤੇ ਉੱਧਰ ਜਾ ਰਿਹਾ। ਇਸ ਵਾਰੀ ਅਸੀਂ ਤੇ ਉਸ ਦਾ ਨਿਸ਼ਾਨਾ ਹੀ ਨਹੀਂ ਹੈਗੀ, ਅਸੀਂ ਉਸ ਤੇ ਹਮਲਾ ਕਿਉਂ ਕਰੀਏ? ਤੇ ਸਰਦਾਰ ਚੜ੍ਹਤ ਸਿੰਘ ਹੱਸ ਕੇ ਕਹਿੰਦਾ ਉਹਨਾਂ ਉਹਦੇ ਅੱਗੇ ਅੜਨਾ ਨਹੀਂ, ਪਰ ਅੜਨਾ ਤੇ ਸਾਨੂੰ ਹੀ ਪੈਣਾ ਤੇ ਆਪਣੀ ਹੋਂਦ ਹੁਣੇ ਹੀ ਵਿਖਾ ਦਈਏ ਕਿ ਅਸੀਂ ਹੈਗੇ ਹਾਂ। ਕਹਿੰਦਾ ਉਹਨਾਂ ਨਹੀਂ ਅੜਨਾ ਤੇ ਅਸੀਂ ਹੈ, ਲੜਨਾ ਤੇ ਅਸੀਂ ਹੈ। ਅਸੀਂ ਆਪਣੀ ਹੋਂਦ ਦਾ ਪ੍ਰਗਟਾਵਾ ਹੁਣੇ ਕਰ ਦਈਏ ਕਿ ਅਸੀਂ ਪੰਜਾਬ ਦੇ ਵਾਰਸ ਹਾਂ, ਅਸੀਂ ਜਿਉਂਦੇ ਹਾਂ। ਇਸ ਗੱਲ ਦੇ ਉੱਪਰ ਅਸੀਂ ਇੱਕ ਦਿਨ ਚਰਚਾ ਕਰ ਰਹੇ ਸੀਗੇ ਤੇ ਮੈਂ ਸਰਦਾਰ ਸਾਹਿਬ ਨੂੰ ਸਵਾਲ ਕੀਤਾ, ਸਰਦਾਰ ਅਜਮੇਰ ਸਿੰਘ ਹੁਣਾਂ ਨੂੰ। ਮੈਂ ਕਿਹਾ ਕਿ ਅਸੀਂ ਬੜੇ ਥੋੜੇ ਸੀ ਤੇ ਅਹਿਮਦ ਸ਼ਾਹ ਅਬਦਾਲੀ ਦੇ ਬਾਵਜੂਦ ਵੀ ਜਦੋਂ ਆਉਂਦਾ ਤੇ ਸਿੱਖ ਕਹਿੰਦੇ ਕਾਬਲੀ ਕੁੱਤਾ ਆਇਆ, ਪਰ ਉਹ ਸਾਡਾ ਨੁਕਸਾਨ ਕਿਉਂ ਨਹੀਂ ਕਰ ਪਾਉਂਦਾ? ਉਹ ਕਹਿੰਦੇ ਕਿ ਜਿਹੜਾ ਸਥਾਨਕ ਸਹਿ ਦਾ ਸ਼ਿਕਾਰ ਸਥਾਨਕ ਕੁੱਤਾ ਹੀ ਕਰ ਸਕਦਾ। ਪੰਜਾਬ ਦੇ ਖਰਗੋਸ਼ ਨੂੰ ਫਰਾਂਸ ਦਾ ਕੁੱਤਾ ਨਹੀਂ ਫੜ ਸਕਦਾ, ਕਿਉਂਕਿ ਅਸੀਂ ਇਸ ਮਿੱਟੀ ਦੇ ਪੁੱਤ ਹਾਂ, ਅਸੀਂ ਇਸ ਮਿੱਟੀ ਨੂੰ ਬਿਹਤਰ ਜਾਣਦੇ ਹਾਂ ਬਾਹਰ ਵਾਲਿਆਂ ਦੇ ਨਾਲ। ਸੋ ਇੱਥੇ ਵੀ ਸਾਨੂੰ ਹੋਂਦ ਦਿਖਾਉਣੀ ਪੈਂਦੀ ਹੈ। ਤੇ ਤੀਜੀ ਜਿਹੜੀ ਹੋਂਦ ਦੀ ਗੱਲ ਹੈ, ਜਿਹਨੇ ਤੁਹਾਨੂੰ ਸਭ ਤੋਂ ਵੱਧ ਟੁੰਬਿਆ, ਉਹ ਇਹ ਕਿ ਤੁਹਾਡੀ ਅਚੇਤ ਮਾਨਸਿਕ ਸੱਤਾ ਦੇ ਵਿੱਚ ਪਈ ਹੁੰਦੀ ਹੈ, ਪਰ ਬਾਹਰੀ ਜਿਹੜਾ ਪ੍ਰਭਾਵ ਹੁੰਦਾ ਮਟੀਰੀਅਲਿਜ਼ਮ ਦਾ, ਉਹਦੇ ਅੰਦਰ ਰੂਹਾਨੀਅਤ ਦੇ ਗੁਣ ਦਬ ਚੁੱਕੇ ਹੁੰਦੇ ਨੇ। ਦੀਪ ਨੇ ਅਜੇ ਤੇ ਜ਼ਿੰਦਗੀ 'ਚ ਆਪ ਵੀ ਅੰਮ੍ਰਿਤ ਨਹੀਂ ਸੀ ਛਕਿਆ, ਅਜੇ ਉਹ ਖਾਲਸਾ ਨਹੀਂ ਸੀ ਬਣਿਆ, ਪਰ ਕਾਰਨ ਕੀ ਹੈ? ਬਹੁਤ ਸਾਰੇ ਨੌਜਵਾਨਾਂ ਦੀਆਂ ਫੇਸਬੁੱਕ ਤੇ ਫੋਟੋਆਂ ਵੇਖਦੇ ਹੋ ਤੇ ਬਹੁਤ ਸਾਰੇ ਨੌਜਵਾਨ ਫੋਨ ਕਰਦੇ ਨੇ ਤੇ ਪਤਾ ਕੀ ਕਹਿੰਦੇ ਆ? ਵੀਰ ਜੀ ਦੀਪ ਦੇ ਨਾਲ ਜਦੋਂ ਦੇ ਜੁੜੇ ਉਸ ਤੋਂ ਬਾਅਦ ਪ੍ਰਣ ਕਰ ਲਿਆ ਕਿ ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਵੀਰ ਜੀ ਜਦੋਂ ਦੇ ਦੀਪ ਦੇ ਨਾਲ ਜੁੜੇ ਉਦੋਂ ਪ੍ਰਣ ਕਰ ਲਿਆ ਕਿ ਅਸੀਂ ਵਿਸਾਖੀ ਤੇ ਖੰਡੇ ਬਾਟੇ ਦੀ ਪਹੁਲ ਜ਼ਰੂਰ ਲੈਣੀ। ਹੁਣ ਇਹਦਾ ਕਾਰਨ ਕੀ ਹੈ? ਦੀਪ ਨੇ ਨਿਰਸੰਦੇਹ ਕੋਈ ਸ਼ੱਕ ਨਹੀਂ, ਜਿਸ ਦਿਨ ਅਸੀਂ ਅੰਮ੍ਰਿਤਸਰ ਸੀ, ਮੇਰੇ ਖਿਆਲ ਜਗਦੀਪ ਗੱਡੀ ਚਲਾ ਰਿਹਾ ਸੀ, ਅਸੀਂ ਦੋਵੇਂ ਬੈਠੇ ਸੀ, ਤਾਂ ਉਦੋਂ ਦੀਪ ਮੈਨੂੰ ਕਹਿੰਦਾ ਵੀਰ ਜੀ ਜੇ ਹੁਣ ਸਰ ਮੈਂ ਪੰਥਕ ਰਾਜਨੀਤੀ 'ਚ ਆਉਣਾ ਹੈ ਨਾ ਤਾਂ ਮੈਨੂੰ ਪੰਥਕ ਬਣਨਾ ਪੈਣਾ। ਤੇ ਮੈਂ ਵੀ ਮਜ਼ਾਕ 'ਚ ਕਿਹਾ, ਮੈਂ ਕਿਹਾ ਤੂੰ ਆਪਣੀਆਂ 2-4 ਫਿਲਮਾਂ ਪੂਰੀਆਂ ਕਰ ਲੈ ਜਿਹੜੀਆਂ ਕਰ ਰਹੇ ਹੋ, ਤੇ ਉਸ ਤੋਂ ਬਾਅਦ ਸੱਚਮੁੱਚ ਹੀ ਜੇਕਰ ਤੂੰ ਪੰਥਕ ਰਾਜਨੀਤੀ 'ਚ ਆਉਣਾ ਤਾਂ ਪੰਥਕ ਹੋਣ ਦੇ ਵਾਸਤੇ ਖੰਡੇ ਬਾਟੇ ਦੀ ਪਹੁਲ ਲੈਣੀ ਜ਼ਰੂਰੀ ਹੈ। ਇਹ ਸਾਡੀ ਮਰਿਆਦਾ ਹੈ। ਹੁਣ ਪਰ ਗੱਲ ਕਿੱਥੇ ਟਿਕੀ ਹੈ ਕਿ ਦੀਪ ਨੇ ਅਜੇ ਸਿੱਖੀ ਸਰੂਪ ਧਾਰਨ ਨਹੀਂ ਕੀਤਾ ਤੇ ਨੌਜਵਾਨ ਕਹਿ ਰਿਹਾ ਦੀਪ ਦੀ ਫੋਟੋ ਲਾ ਕੇ ਕਿ ਮੈਂ ਦੀਪ ਤੋਂ ਇੰਨਾ ਪ੍ਰਭਾਵਿਤ ਹੈ ਕਿ ਮੈਂ ਸਿੱਖੀ 'ਚ ਆਉਣਾ ਚਾਹੁੰਦਾ। ਸੋ ਉਹ ਕਿਹੜੀ ਚੀਜ਼ ਹੈ? ਉਹ ਚੀਜ਼ ਹੈ ਜਿਹੜੀ ਬਾਹਰੀ ਵਰਤਾਰਿਆਂ ਤੋਂ ਪ੍ਰਭਾਵਿਤ ਹੋ ਕੇ ਤੁਸੀਂ ਛੱਡ ਤਾਂ ਦਿੱਤੀ ਹੈ ਪਰ ਅੰਦਰੋਂ ਮਰੀ ਨਹੀਂ। ਉਹ ਚੀਜ਼ ਹੈ ਜਿਹੜੀ ਕਦੀ ਮਰ ਵੀ ਨਹੀਂ ਸਕਦੀ। ਉਹ ਚੀਜ਼ ਹੈ ਜੇ ਉਹ ਮਰ ਗਈ ਨਾ ਤੇ ਫਿਰ ਅਸੀਂ ਖਤਮ ਹੋਣਾ। ਜਿਹਨੂੰ ਪਾਤਸ਼ਾਹ ਕਹਿੰਦੇ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ।
ਉਹ ਜਿਹੜੀ ਤੁਹਾਡੀ ਹੋਂਦ ਹੈ ਨਾ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ। ਆਜ਼ਰੀ ਕੋਈ ਭੇਡਾਂ ਚਾਰਨ ਦੇ ਵਾਸਤੇ ਜਾਂਦਾ ਸੀ ਜੰਗਲ ਦੇ ਵਿੱਚ, ਤੇ ਉਹ ਭੇਡਾਂ ਚਾਰਦਿਆਂ ਇੱਕ ਸ਼ੇਰਨੀ ਤੋਂ ਵਿਛੜਿਆ ਹੋਇਆ ਛੋਟਾ ਜਿਹਾ ਬੱਚਾ ਵੀ ਭੇਡਾਂ ਦੇ ਬੱਚਿਆਂ ਨਾਲ ਲਾ ਕੇ ਖੇਡਣ ਲੱਗ ਗਿਆ। ਹੁਣ ਉਹ ਖੇਡਣ ਤੇ ਲੱਗ ਗਿਆ, ਜਿਸ ਤਰ੍ਹਾਂ ਇਕਬਾਲ ਕਹਿੰਦਾ ਨਾ ਕਿ ਕਈ ਵਾਰੀ ਬਾਜ ਦਾ ਬੱਚਾ ਜ਼ਿਆਦਾ ਕਬੂਤਰਾਂ 'ਚ ਰਹਿ ਜਾਏ ਨਾ ਤੇ ਕਬੂਤਰ ਕੋਈ ਬਾਜ਼ੀਆਂ ਪਾਉਣ ਲੱਗ ਜਾਂਦਾ। ਹੁਣ ਉਹ ਜਿਹੜਾ ਭੇਡ ਦਾ ਬੱਚਾ ਸੀ ਉਹਦੇ ਨਾਲ ਸ਼ੇਰ ਦਾ ਬੱਚਾ ਖੇਡਣ ਲੱਗ ਗਿਆ। ਆਜੜੀ ਚੁੱਕ ਕੇ ਘਰ ਲਿਆਇਆ, ਪਿਆਰਾ ਬੜਾ ਲੱਗਾ, ਬਿੱਲੀ ਵਾਂਗੂ। ਉਹ ਰੋਜ਼ ਉਹਦੇ ਘਰ ਰਹਿੰਦਾ, ਉਹ ਭੇਡਾਂ ਦੇ ਵਾਂਗੂ ਜਾਗਣਾ ਸ਼ੁਰੂ ਕਰ ਗਿਆ। ਹੌਲੀ ਹੌਲੀ ਵੱਡਾ ਹੁੰਦਾ, ਉਹ ਭੇਡਾਂ ਦੇ ਨਾਲ ਹੀ ਜਾਂਦਾ। ਜਿੱਥੇ ਭੇਡਾਂ ਚੱਲਦੀਆਂ ਨੇ ਉਹ ਆਪਣਾ ਕੋਈ ਮਾੜਾ ਮੋਟਾ ਚੂਹਾ ਬਿੱਲੀ ਮਾਰ ਕੇ ਖਾ ਜਾਂਦਾ, ਪਰ ਸੁਭਾਅ ਭੇਡਾਂ ਵਰਗਾ ਹੋ ਗਿਆ, ਕਿਉਂਕਿ ਬਹੁ ਗਿਣਤੀ ਭੇਡਾਂ 'ਚ ਰਹਿ ਰਿਹਾ ਸੀ। ਇੱਕ ਦਿਨ ਸ਼ੇਰ ਭੇਡਾਂ ਦਾ ਸ਼ਿਕਾਰ ਕਰਨ ਵਾਸਤੇ ਆਇਆ ਤੇ ਉੱਚੀ ਚੋਟੀ ਤੋਂ ਵੇਖਦਾ ਵੀ ਉਹ ਤਾਂ ਮੇਰੀ ਅੰਸ ਬੰਸ ਲੱਗਦੀ ਹੈ। ਕਹਿੰਦਾ ਦਹਾੜ ਕੇ ਵੇਖਦਾ, ਜੇ ਤੇ ਭੱਜ ਗਿਆ ਭੇਡ, ਜੇ ਤੇ ਰੁਕ ਗਿਆ ਫਿਰ ਉਹ ਉੱਚੀ ਦਹਾੜਦਾ। ਭੇਡਾਂ ਭੱਜ ਜਾਂਦੀਆਂ ਨੇ, ਡਰ ਉਹ ਵੀ ਜਾਂਦਾ, ਪਰ ਪਿੱਛੇ ਨੂੰ ਤੱਕਦਾ। ਜਦੋਂ ਤੱਕਦਾ ਹੈ ਨਾ ਤੇ ਉਸ ਸ਼ੇਰ ਨਾਲ ਅੱਖਾਂ ਮਿਲਦੀਆਂ। ਕਹਿੰਦਾ ਮੇਰੀ ਇੱਕ ਗੱਲ ਸੁਣ ਲਾ, ਰਹੀ ਬੇਸ਼ੱਕ ਭੇਡਾਂ ਦੇ ਨਾਲ ਆ, ਪਰ ਇੱਕ ਦਿਨ ਯਾਦ ਰੱਖੀ ਵੀ ਤੂੰ ਹੈ ਸ਼ੇਰ, ਪਰ ਤੂੰ ਚਲਾ ਗਲਤ ਥਾਂ ਤੇ ਗਿਆ। ਕਹਿੰਦਾ ਇੰਨੀ ਗੱਲ ਜਦੋਂ ਬਾਪ ਦੀ ਸੁਣੀ ਨਾ ਤੇ ਉਹਨੇ ਵੀ ਦਹਾੜ ਦਿੱਤਾ। ਪਹਿਲਾਂ ਭੇਡਾਂ ਨੂੰ ਮਿਆਂਕਦਾ ਸੀ, ਮੁੜ ਕੇ ਦਹਾੜ ਦਿੱਤਾ ਤੇ ਕੋਲ ਖਲੋ ਕੇ ਨੇ ਦਹਾੜਿਆ ਤੇ ਜਿਹੜੀਆਂ ਨਾਲ ਭੇਡਾਂ ਸੀ ਉਹ ਭੱਜ ਗਈਆਂ। ਇਹਦਾ ਮਤਲਬ ਕੀ ਸੀ ਕਿ ਉਸ ਸ਼ੇਰ ਦੀ ਦਹਾੜ ਨੇ ਆਪਣੇ ਉਸ ਵਿਰਸੇ ਨੂੰ ਜਗਾ ਦਿੱਤਾ। ਦਰਅਸਲ ਪ੍ਰਭਾਵ ਸਾਡੇ ਤੇ ਵੀ ਇਹੀ ਹੈ ਕਿ ਅਸੀਂ ਬਹੁ ਗਿਣਤੀ ਪਦਾਰਥਵਾਦ ਦਾ ਮਟੀਰੀਅਲਿਜ਼ਮ ਦੇ ਦਾਇਰੇ ਦੇ ਵਿੱਚ ਜਿਹੜਾ ਗੁਰੂ ਪਾਤਸ਼ਾਹ ਨੇ ਰੂਹਾਨੀਅਤ ਦੇ ਤੌਰ ਦੇ ਉੱਪਰ ਸਾਨੂੰ ਇਹ ਗੁਣ ਬਖਸ਼ਿਸ਼ ਕਰਦਾ ਹੈ। ਭੇਡਾਂ ਭੱਜ ਜਾਂਦੀਆਂ ਨੇ, ਡਰ ਉਹ ਵੀ ਜਾਂਦਾ, ਪਰ ਪਿੱਛੇ ਨੂੰ ਤੱਕਦਾ। ਜਦੋਂ ਤੱਕਦਾ ਹੈ ਨਾ ਤੇ ਉਸ ਸ਼ੇਰ ਨਾਲ ਅੱਖਾਂ ਮਿਲਦੀਆਂ। ਕਹਿੰਦਾ ਮੇਰੀ ਇੱਕ ਗੱਲ ਸੁਣ ਲਾ, ਰਹੀ ਬੇਸ਼ੱਕ ਭੇਡਾਂ ਦੇ ਨਾਲ ਆ, ਪਰ ਇੱਕ ਦਿਨ ਯਾਦ ਰੱਖੀ ਵੀ ਤੂੰ ਹੈ ਸ਼ੇਰ, ਪਰ ਤੂੰ ਚਲਾ ਗਲਤ ਥਾਂ ਤੇ ਗਿਆ। ਕਹਿੰਦਾ ਇੰਨੀ ਗੱਲ ਜਦੋਂ ਬਾਪ ਦੀ ਸੁਣੀ ਨਾ ਤੇ ਉਹਨੇ ਵੀ ਦਹਾੜ ਦਿੱਤਾ। ਪਹਿਲਾਂ ਭੇਡਾਂ ਨੂੰ ਮਿਆਂਕਦਾ ਸੀ, ਮੁੜ ਕੇ ਦਹਾੜ ਦਿੱਤਾ ਤੇ ਕੋਲ ਖਲੋ ਕੇ ਨੇ ਦਹਾੜਿਆ ਤੇ ਜਿਹੜੀਆਂ ਨਾਲ ਭੇਡਾਂ ਸੀ ਉਹ ਭੱਜ ਗਈਆਂ। ਇਹਦਾ ਮਤਲਬ ਕੀ ਸੀ ਕਿ ਉਸ ਸ਼ੇਰ ਦੀ ਦਹਾੜ ਨੇ ਆਪਣੇ ਉਸ ਵਿਰਸੇ ਨੂੰ ਜਗਾ ਦਿੱਤਾ। ਦਰਅਸਲ ਪ੍ਰਭਾਵ ਸਾਡੇ ਤੇ ਵੀ ਇਹੀ ਹੈ ਕਿ ਅਸੀਂ ਬਹੁ ਗਿਣਤੀ ਪਦਾਰਥਵਾਦ ਦਾ ਮਟੀਰੀਅਲਿਜ਼ਮ ਦੇ ਦਾਇਰੇ ਦੇ ਵਿੱਚ ਜਿਹੜਾ ਗੁਰੂ ਪਾਤਸ਼ਾਹ ਨੇ ਰੂਹਾਨੀਅਤ ਦੇ ਤੌਰ ਦੇ ਉੱਪਰ ਸਾਨੂੰ ਇਹ ਗੁਣ ਬਖਸ਼ਿਸ਼ ਕੀਤਾ ਸੀ ਨਾ ਕਿ ਅਸੀਂ ਪੱਤ ਲਾ ਕੇ ਜਿਉਂਦੇ ਨਾਲੋਂ ਮੌਤ ਨੂੰ ਸਵੀਕਾਰ ਕਰਦੇ ਹਾਂ। ਅੱਜ ਅਸੀਂ ਪੱਤ ਲਾ ਕੇ ਜਿਉਣਾ ਜ਼ਿੰਦਗੀ ਦੇ ਵਾਸਤੇ ਸਵੀਕਾਰ ਕਰਦੇ ਹਾਂ, ਪਰ ਅੰਦਰੋਂ ਅਜੇ ਉਹ ਜਿਹੜੀ ਚਿਣਗ ਹੈ ਖਤਮ ਨਹੀਂ ਹੋਈ। ਦੀਪ ਨੇ ਬਸ ਉਸ ਚਿਣਗ ਨੂੰ ਥੋੜਾ ਜਿਹਾ ਟੁੰਬਿਆ, ਥੋੜਾ ਜਿਹਾ ਹਲੂਣਿਆ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਬੰਦਾ ਸਿੰਘ ਬਹਾਦਰ ਨੂੰ ਖੰਡੇ ਬਾਟੇ ਦੀ ਪਾਹਲ ਦਿੰਦੇ ਤੇ ਇੱਕ ਰਾਈਟਰ ਨੇ ਬਹੁਤ ਸੋਹਣੀ ਗੱਲ ਲਿਖੀ ਸੀ। ਕਹਿੰਦਾ ਸੀਤਾ ਸਾਧੂ ਦੀ ਸਵਾਹ, ਪਰ ਗੁਰੂ ਗੋਬਿੰਦ ਸਿੰਘ ਨੇ ਆਪਣੇ ਤੀਰਾਂ ਦੇ ਨਾਲ ਹਲੂਣਿਆ ਹੀ ਐਸਾ ਕਿ ਸਵਾਹ ਦਾ ਬਰੂਦ ਬਣਾ ਦਿੱਤਾ। ਸੋ ਉਹ ਬਰੂਦ ਤਾਂ ਤੁਹਾਡੇ ਸਾਰਿਆਂ ਦੇ ਅੰਦਰ ਪਿਆ, ਪਰ ਚੱਕਰ ਇਹ ਹੈ ਕਿ ਸਵਾਹ ਦਾ ਪ੍ਰਭਾਵ ਜ਼ਿਆਦਾ ਹੋ ਗਿਆ ਤੇ ਹੁਣ ਸ਼ਕਲ ਦੇ ਵਿੱਚ ਬਰੂਦ ਤੇ ਸਵਾਹ ਸਮੂਹਿਤ ਹੋ ਜੇ ਲੱਗ ਰਿਹਾ। ਗੱਲ ਇੱਥੇ ਹੋਰ ਕੋਈ ਗੱਲ ਨਹੀਂ। ਹੁਣ ਇਹਦੇ ਤੋਂ ਅਗਲੀ ਗੱਲ ਸ਼ੁਰੂ ਹੋ ਜਾਂਦੀ ਹੈ ਕਿ ਜੇ ਇਹ ਸਾਰੇ ਗੁਣ ਜਦੋਂ ਹੋਂਦ ਦੀ ਗੱਲ ਆ ਗਈ ਤੇ ਫਿਰ ਪਾਤਸ਼ਾਹੀ ਦਾਵਾ ਹੈ ਕੀ ਹੈ? ਫਿਰ ਇਹ ਐਡਜਸਟ ਕਿੱਥੇ ਕਰਦਾ? ਫਿਰ ਇਸ ਦਾਅਵੇ ਦੀ ਹੋਂਦ ਕਿੱਥੇ ਖੜੀ ਹੈ? ਪਾਤਸ਼ਾਹੀ ਦਾਵਾ ਹੁੰਦਾ ਹੈ ਕਲੇਮ ਔਨ ਥਰੋਨ, ਰਾਜ ਸੱਤਾ ਦੇ ਉੱਪਰ ਆਪਣੀ ਦਾਅਵੇਦਾਰੀ ਨੂੰ ਕਲੇਮ ਕਰਨਾ ਕਿ ਅਸੀਂ ਰਾਜ ਕੀਤਾ ਸੀ, ਰਾਜ ਕਰਾਂਗੇ। ਉਹੀ ਗੱਲ ਜਿਹੜੀ 18ਵੀਂ ਸਦੀ 'ਚ ਸਾਡੇ ਵਡੇਰੇ ਕਹਿੰਦੇ ਸੀ ਕਿ ਰਾਜ ਕਰੇ ਹੈ ਕਿ ਲੜ ਬਰੇ। ਸਾਡੇ ਕੋਲ ਦੋ ਹੀ ਵਿਕਲਪ ਨੇ, ਜਾਂ ਰਾਜ ਕਰਨਾ ਜਾਂ ਲੜਨਾ। ਉਹਦੇ ਵਿਚਕਾਰਲਾ ਜਿਹੜਾ ਪੱਖ ਹੈ ਗੁਲਾਮੀ, ਉਹ ਸਿੱਖ ਦੀ ਜ਼ਿੰਦਗੀ ਦਾ ਹਿੱਸਾ ਨਹੀਂ ਹੈ, ਉਹ ਕਿਤੇ ਵੀ ਨਹੀਂ ਹੈ। ਸੋ ਇਹਦੇ ਵਿੱਚ ਜਦੋਂ ਅਸੀਂ ਰਾਜ ਤੇ ਮੌਤ ਇਹਦੀ ਗੱਲ ਆਉਂਦੀ ਹੈ ਤਾਂ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਆ ਜਾਂਦੀ ਹੈ ਕਿ ਇਸ ਫਰੇਮ ਦੇ ਵਿੱਚ ਤੁਸੀਂ ਪਾਤਸ਼ਾਹੀ ਦਾਵਾ ਰੱਖਣਾ ਕਿੱਥੇ? ਜੰਗ ਤੇ ਅਸੀਂ ਲੜਦੇ ਮਰਨੋਂ ਮੈਦਾਨੇ ਜੰਗ ਦੇ ਵਿੱਚ, ਤੇ ਜੰਗ ਲੜਦੇ ਤੇ ਪਾਤਸ਼ਾਹੀ ਦਾਵਾ ਹਰ ਬੰਦਾ ਕਾਇਮ ਰੱਖ ਰਿਹਾ ਹੁੰਦਾ। ਜਦੋਂ ਦੋ ਧਿਰਾਂ ਲੜ ਰਹੀਆਂ ਹੁੰਦੀਆਂ ਨੇ
ਤਾਂ ਕੁਦਰਤੀ ਲੜਾਈ ਦਾ ਆਧਾਰ ਹੀ ਇਹ ਹੁੰਦਾ ਪਾਤਸ਼ਾਹੀ ਦਾਵਾ। ਉਹ ਤਾਂ ਕਿਸੇ ਵੀ ਕੌਮ ਦਾ ਹੁੰਦਾ ਹੈ। ਵੈਸੇ ਤਾਂ ਤੁਸੀਂ ਪਾਤਸ਼ਾਹੀ ਦਾਵਾ ਸ਼ਬਦ ਦੀ ਗੱਲ ਕਰੋ ਨਾ, ਤੇ ਸਰਦਾਰ ਰਤਨ ਸਿੰਘ ਭੰਗੂ ਗੁਣਾ ਨੇ ਤਾਂ ਪੰਥ ਪ੍ਰਕਾਸ਼ ਦੇ ਵਿੱਚ ਬਹੁਤ ਚਿਰ ਬਾਅਦ ਚ ਲਿਖਿਆ ਸਭ ਤੋਂ ਪਹਿਲਾਂ ਤੁਹਾਡੇ ਵਡੇਰਿਆਂ ਵਾਸਤੇ ਇਹ ਸ਼ਬਦ ਤਾਂ ਨਾਦਰ ਸ਼ਾਹ ਦੇ ਵਰਤੇ ਸੀ। ਨਾਦਰ ਸ਼ਾਹ ਜਦੋਂ ਨਾਦਰ ਸ਼ਾਹ ਦਿੱਲੀ ਨੂੰ ਫਤਿਹ ਕਰਕੇ ਆਇਆ ਤੇ ਰਾਹ ਦੇ ਵਿੱਚ ਸਿੰਘਾਂ ਨੇ ਕਾਫੀ ਹੌਲਾ ਕਰ ਦਿੱਤਾ। ਲਾਹੌਰ ਪਹੁੰਚਿਆ ਤੇ ਕਾਫੀ ਹਿੱਸਾ ਸਿੰਘਾਂ ਨੇ ਵਟਾ ਲਿਆ ਸੀ ਤੇ ਲਾਹੌਰ ਦੇ ਉਸ ਵੇਲੇ ਦੇ ਗਵਰਨਰ ਜ਼ਕਰੀਆ ਖਾਨ ਨੂੰ ਜਾ ਕੇ ਬੋਲਦਾ ਹੈ, ਕਹਿੰਦਾ ਕੌਣ ਜਿਨ੍ਹਾਂ ਨੇ ਲੁੱਟ ਲਿਆ? ਕਹਿੰਦਾ ਸਿੱਖ। ਕਹਿੰਦਾ ਗੁਰੂ ਕੌਣ? ਕਹਿੰਦਾ ਮੁਰਸ਼ਿਦ ਇਨਕਾ ਵਲੀ ਭਇਓ ਹੈ ਇਨਕੋ ਆਪੇ ਹਯਾਤ ਦੀ। ਕਹਿੰਦਾ ਖਾਂਦੇ ਕੀ ਨੇ ਰਹਿੰਦੇ ਕਿੱਥੇ ਨੇ? ਕਹਿੰਦਾ ਰਹਿੰਦੇ ਤੇ ਜੰਗਲ ਚ ਨੇ, ਖਾਂਦੇ ਕੀ ਨੇ ਇਹ ਤੇ ਪਤਾ ਨਹੀਂ, ਖਾਂਦੇ ਕਿਵੇਂ ਨੇ ਇਹ ਦੱਸ ਦੇਣਾ। ਕਹਿੰਦਾ ਕਿਵੇਂ? ਕਹਿੰਦਾ ਲੰਗਰ ਤਿਆਰ ਕਰਦੇ ਨੇ, ਨਗਾਰਾ ਵਜਾਉਂਦੇ ਨੇ, ਫਿਰ ਕਹਿੰਦੇ ਨੇ ਭੁੱਖਾ ਦੇਤ ਆਵਾਜ਼ਾਂ ਕੋਈ ਆਹੋ ਦੇਗ ਤਿਆਰ ਗੁਰ ਹੋਈ। ਸਾਡੇ ਗੁਰੂ ਦੀ ਦੇਗ ਤਿਆਰ ਜੇ, ਲੰਗਰ ਤਿਆਰ ਜੇ, ਜਿਹਨੂੰ ਵੀ ਆਵਾਜ਼ ਸੁਣਦੀ ਆ ਕੇ ਛਕ ਲਵੇ। ਨਾਦਰ ਸ਼ਾਹ ਹੱਸਿਆ, ਕਹਿੰਦਾ ਕਮਰੇ 'ਚ ਲੱਗਦੇ ਦੁਸ਼ਮਣ 'ਚ ਘਿਰੇ ਹੋਣਾ, ਲੰਗਰ ਤਿਆਰ ਕਰਨਾ ਤੇ ਦੁਸ਼ਮਣ ਨੂੰ ਹੀ ਬਾਜਾਂ ਮਾਰਨੀਆਂ। ਕਹਿੰਦਾ ਜੇ ਦੁਸ਼ਮਣ ਆ ਜਾਵੇ? ਕਹਿੰਦਾ ਆ ਜਾਵੇ। ਕਹਿੰਦਾ ਜੇ ਆ ਕੇ ਛਕ ਲਵੇ? ਕਹਿੰਦਾ ਛਕ ਲਵੇ। ਕਹਿੰਦਾ ਜੇ ਸਾਰਾ ਹੀ ਲੰਗਰ ਛਕ ਲਵੇ? ਇਹਨਾਂ ਦੇ ਵਾਸਤੇ ਖਾਣ ਤੋਂ ਬਚੇ ਹੀ ਕੁਝ ਨਾ ਫੇਰ। ਕਹਿੰਦਾ ਫਿਰ ਇਹ ਆਪਣੇ ਗੁਰੂ ਦੇ ਅੱਗੇ ਹੱਥ ਜੋੜ ਕੇ ਖਲੋ ਦਿੰਦੇ ਨੇ, ਬੱਚੇ ਤੋਂ ਦਾਨਾ ਮਸਤ ਕਲੇ ਹੈ ਨਹੀਂ ਤਾਂ ਲੰਗਰ ਮਸਤ ਬਤੇ ਹੈ। ਕਹਿੰਦੇ ਫਿਰ ਅਰਦਾਸ ਕਰਕੇ ਕਹਿੰਦੇ ਪਾਤਸ਼ਾਹ ਬੜਾ ਆਨੰਦ ਆਇਆ, ਸੰਗਤ ਨੇ ਛਕ ਲਿਆ, ਸਾਡੇ ਲਈ ਭਾਵੇਂ ਲੰਗਰ ਮਸਤਾਨਾ ਹੀ ਹੋ ਗਿਆ। ਫਿਰ ਉਹਨੇ ਇੱਕ ਗੱਲ ਕਹੀ ਸੀ, ਕਹਿੰਦਾ ਜੇ ਲੰਗਰ ਤਿਆਰ ਕਰ ਸਕਦੇ ਨੇ, ਵੰਡ ਕੇ ਛਕ ਸਕਦੇ ਨੇ, ਜੰਗਲਾਂ 'ਚ ਰਹਿ ਸਕਦੇ ਨੇ, ਲੜ ਕੇ ਮਰ ਸਕਦੇ ਨੇ, ਫਿਰ ਅਸੀਂ ਕੌਮ ਨੂੰ ਬਾਦਸ਼ਾਹੀਏ ਆਉਣ। ਫਿਰ ਇਸ ਕੌਮ ਦੇ ਵਿੱਚੋਂ ਪਾਤਸ਼ਾਹੀ ਦਾਵਾ ਨਹੀਂ ਖਤਮ ਕੀਤਾ ਜਾ ਸਕਦਾ, ਇਹ ਰਾਜ ਕਰ ਇਸ ਪਾਤਸ਼ਾਹੀ ਦਾਅਵੇ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਪਰ ਦੋ ਹਾਲਾਤਾਂ ਦੇ ਵਿੱਚ ਤੁਸੀਂ ਕਾਇਮ ਕਿੱਥੇ ਰੱਖਣਾ ਹੈ, ਗੱਲ ਫਿਰ ਉਸ ਲੋਗੋ ਤੇ ਆ ਜਾਂਦੀ ਹੈ। ਉਹ ਤੁਸੀਂ ਸ਼ਮਸ਼ੀਰ ਫੜ ਕੇ ਮੈਦਾਨੇ ਜੰਗ ਦੇ ਵਿੱਚ ਵੀ ਕਾਇਮ ਰੱਖਣਾ ਹੁੰਦਾ ਹੈ, ਤੇ ਉਹ ਤੁਸੀਂ ਬੋਲਣ ਦੇ ਵਿੱਚ ਪਾ ਕੇ ਟੇਬਲ ਟਾਕ ਦੇ ਵੀ ਕਾਇਮ ਰੱਖਣਾ ਹੁੰਦਾ। ਪਾਤਸ਼ਾਹੀ ਦਾਅਵਾ ਜੇਕਰ ਦੋਹਾਂ ਚੀਜ਼ਾਂ ਤੇ ਕਾਇਮ ਰੱਖੋਗੇ, ਕਈ ਵਾਰੀ ਕੌਮਾਂ ਮੈਦਾਨੇ ਜੰਗ 'ਚ ਜਿੱਤਦੀਆਂ ਨੇ, ਟੇਬਲ ਤੇ ਆ ਕੇ ਹਾਰ ਜਾਂਦੀਆਂ ਨੇ, ਤੇ ਕਈ ਵਾਰੀ ਟੇਬਲ ਟਾਕ ਦੇ ਉੱਪਰ ਹੋਈਆਂ ਗੱਲਾਂ ਬਾਤਾਂ ਉਦੋਂ ਨਕਾਰਾਤਮਕ ਹੋ ਜਾਂਦੀਆਂ ਨੇ ਜਦੋਂ ਕੌਮ ਮੈਦਾਨੇ ਜੰਗ ਦੇ ਵਿੱਚ ਆਪਣੀ ਸ਼ਕਤੀ ਗਵਾ ਦਿੰਦੀ ਹੈ। ਇਹਨਾਂ ਦੋਵਾਂ ਚੀਜ਼ਾਂ ਦਾ ਤਵਾਜ਼ਨ ਹੋਣਾ ਬੜਾ ਜ਼ਰੂਰੀ ਹੈ। ਅਹਿਮਦ ਸ਼ਾਹ ਅਬਦਾਲੀ ਨੇ ਮਰਹੱਟਿਆਂ ਨੂੰ ਹਰਾਇਆ। ਮਨੂਪੁਰ ਦੇ ਵਿੱਚ ਉਸਨੇ ਕਮਰੂਦੀਨ ਵੀਰ ਅਤਸ਼ਮੀਰ ਮਨੂ ਦਾ ਬਾਪ ਉਸਨੂੰ ਹਰਾਇਆ, ਮੁਹੰਮਦ ਸ਼ਾਹ ਨੂੰ ਹਰਾਇਆ, ਨਾਸਿਰ ਖਾਨ ਦੇ ਪਰਿਵਾਰ ਨੂੰ ਹਰਾਇਆ, ਬਾਈ ਬੇਗਮਾਂ ਇਹਨਾਂ ਦੇ ਪਰਿਵਾਰ ਦੀਆਂ ਚੁੱਕ ਕੇ ਲੈ ਗਈਆਂ। ਉਹਨੇ ਕਦੀ ਟੇਬਲ ਟਾਕ ਦਾ ਸੱਦਾ ਨਹੀਂ ਕਿਸੇ ਨੂੰ ਦਿੱਤਾ। ਉਸਨੇ ਕਦੀ ਕਿਸੇ ਨੂੰ ਕਿਹਾ ਹੀ ਨਹੀਂ ਮੇਰੇ ਨਾਲ ਗੱਲ ਕਰੋ। ਜੇ ਉਸਨੇ ਗੱਲਬਾਤ ਕਰਨ ਦੇ ਵਾਸਤੇ ਸੱਦਾ ਦਿੱਤਾ ਨੇ ਤੁਹਾਡੇ ਵਡੇਰਿਆਂ ਨੇ 5 ਫਰਵਰੀ 1762 ਨੂੰ ਹਾਲਾਂਕਿ ਬਾਕੀਆਂ ਸਾਰੀਆਂ ਕੌਮਾਂ ਇੰਨੇ ਵੱਡੇ ਨੁਕਸਾਨ ਤੋਂ ਬਾਅਦ ਵੀ ਵੱਡੀ ਗਿਣਤੀ 'ਚ ਜਿਉਂਦੀਆਂ ਸੀ, ਪਰ ਤੁਸੀਂ ਤਾਂ ਇੱਕ ਦਿਨ ਦੇ ਵਿੱਚ 50,000 ਦੀਆਂ ਸ਼ਹਾਦਤਾਂ ਪਾ ਕੇ ਰਹਿ ਪਤਾ ਕਿੰਨੇ ਗਏ ਸੀ। ਲੋਕ ਕਹੇ ਸਿੱਖ ਸਭ ਗਿਆ ਮਾਰਾ, ਬੱਚਿਓ 50 ਖੱਪ ਗਿਓ ਸਾਰਾ। 50 ਕਿਤੇ ਸਹੀ ਸੀ, ਬਾਕੀ ਤਾਂ 50,000 ਲਾਸ਼ ਪਈ ਸੀ, ਸ਼ਹੀਦ ਹੋ ਚੁੱਕੇ ਸੀ। ਹੁਣ ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਆਪਣੀ 2 ਏਲਚੀ ਨਾਗੂ ਸਿੰਘ ਗਰੇਵਾਲ ਪਟਿਆਲੇ ਵਾਲੇ ਆਲਾ ਸਿੰਘ ਦੇ ਵਕੀਲ ਦੇ ਨਾਲ ਭੇਜਦਾ ਤੇ ਸਿੱਖਾਂ ਨੂੰ ਆ ਕੇ ਪੇਸ਼ਕਸ਼ ਦਿੰਦੇ ਨੇ। ਤੇ ਪਹਿਲੀ ਪੇਸ਼ਕਸ਼ ਜੇਕਰ ਅਹਿਮਦ ਸ਼ਾਹ ਅਬਦਾਲੀ ਨੇ ਕਿਸੇ ਕੌਮ ਨੂੰ ਦਿੱਤੀ ਹੈ, ਉਹ ਤੁਹਾਡੇ ਵਡੇਰਿਆਂ ਨੂੰ ਦਿੱਤੀ ਹੈ, ਜਿਹੜੇ ਦੁਨਿਆਵੀ ਨਜ਼ਰ ਦੇ ਵਿੱਚ ਇੰਝ ਲੱਗਦਾ ਸੀ ਕਿ ਹਾਰ ਚੁੱਕੇ ਨੇ, ਕੌਮ ਹੀ ਖਤਮ ਹੋ ਚੁੱਕੀ ਹੈ। ਪਰ ਅਹਿਮਦ ਸ਼ਾਹ ਅਬਦਾਲੀ ਇੱਕ ਨੀਤੀਵਾਨ ਜਰਨੈਲ ਸੀ। ਉਹ ਇਹ ਸਮਝ ਗਿਆ ਕਿ ਜਿਹੜੀ ਕੌਮ ਦੇ ਜਰਨੈਲ 50,000 ਲਾਸ਼ ਪਈ ਹੋਵੇ ਨਾ, ਤੇ ਉਹਦੇ ਸਾਹਮਣੇ ਖਲੋ ਕੇ ਰਹਿ ਰਾਸ ਦਾ ਪਾਠ ਕਰਨ ਤੋਂ ਬਾਅਦ ਕਹਿੰਦੇ ਨਾ ਕਿ ਤਤ ਖਾਲਸਾ ਰਹਿ ਗਏ ਸੋ ਕੋਟ ਗਵਾਏ। ਪਾਤਸ਼ਾਹ ਜਿੰਨੇ ਕੁ ਸ਼ਹੀਦ ਹੋ ਗਏ ਨੇ ਉਹ ਤੇਰੇ ਚਰਨਾਂ 'ਚ ਪਹੁੰਚ ਗਏ, ਸਵੇਰੇ ਜਿੰਨੇ ਰਹਿ ਗਏ ਫਿਰ ਲੜਾਂਗੇ। ਇਹ ਖਤਮ ਨਹੀਂ ਕੀਤੇ ਜਾ ਸਕਦੇ। ਫਿਰ ਸੁਨੇਹਾ ਆਉਂਦਾ ਸਿੱਖਾਂ, ਹੁਣ ਪਾਤਸ਼ਾਹੀ ਦਾਵਾ ਰੱਖਿਆ ਕਿੱਥੇ ਜਾਂਦਾ। ਫਿਰ ਸਿੱਖਾਂ ਨੂੰ ਸੁਨੇਹਾ ਹੁੰਦਾ ਤਾਜ ਅਬਦਾਲੀ ਦਾ ਰਾਜ ਤੁਹਾਡਾ। ਤਾਜ ਪਾਤਸ਼ਾਹੀ ਹੁੰਦੀ ਹੈ, ਰਾਜ ਨਵਾਬੀ ਹੁੰਦੀ ਹੈ। ਉਹ ਕਹਿੰਦੇ ਕਿ ਅਹਿਮਦ ਸ਼ਾਹ ਅਬਦਾਲੀ ਤੁਹਾਡਾ ਬਾਦਸ਼ਾਹ, ਪਾਤਸ਼ਾਹੀ ਉਹਦੀ।
पर तुसीं इत्थे राज कर सकते हो, तुहाडे सिरां दे मुੱਲ नहीं पैणगे, तुहानूं खो के नहीं मारिया जाएगा, जंगलों च नहीं रहना पवेगा, घरां च रह सकते हो। बस कितनी छोटी जी पेशकश ते कितना वड्डा तुहाडा बचाव। अजकल के सिखां के तौर पर सोचिए कि तुसीं हाड़ी सौणी, उन्हां समय पंजाब च झोना नहीं सी हुंदा, तुसीं हाड़ी सौणी कणक ज्वार मोट बाजरा गवारा उधरा ये ਜਿਹੜੀਆਂ कुछ फसलों ਹੁੰਦੀਆਂ ਸੀ, ਇਹ 6ਵਾਂ हिस्सा ਸਾਨੂੰ ਦੇ ਦਿਆ करो ਤੇ राज करो। राज ਤੁਹਾਡਾ ताज अबदाली का। ਹੁਣ ਜੇਕਰ ਹੋਵੇ ਕੋਈ ਉਵੇਂ ਦੀ ਕੌਮ ਜਿਹਦਾ ਨਿਸ਼ਾਨਾ ਕੇਵਲ ਤੇ ਕੇਵਲ ਸਿਰਫ ਰਾਜ ਸੱਤਾ ਹੋਵੇ ਤਾਂ ਉਹਦੇ ਵਾਸਤੇ ਤਾਂ ਪ੍ਰਵਾਨਗੀ ਹੋ ਸਕਦੀ ਹੈ, ਪਰ ਜਿਹੜਾ ਸਿੱਖ ਦਾ ਨਿਸ਼ਾਨਾ ਉਹ ਧਰਮ ਅਧੀਨ ਰਾਜ ਸੱਤਾ ਹੈ ਤੇ ਧਰਮ ਅਧੀਨ ਰਾਜ ਸੱਤਾ ਦੇ ਵਿੱਚ ਤੁਸੀਂ ਆਪਣੀ ਨਵਾਬੀ ਕਿਸੇ ਦੀ ਪਾਤਸ਼ਾਹੀ ਥੱਲੇ ਨਹੀਂ ਰੱਖਣੀ ਹੁੰਦੀ, ਕਿਉਂਕਿ ਹਮਕੋ ਪਾਤਸ਼ਾਹੀ ਨਾਨਕ ਦਈ ਹਮਰਾਕਤ ਪਾਤਸ਼ਾਹੀ ਦਾ। ਸੋ ਸਿੱਖ ਅੱਗੋਂ ਪੰਜ ਵਿਚਾਰ ਕਰਦੇ ਨੇ। ਸਿੰਘ ਆਪਣੇ ਸਰਦਾਰ ਜੱਸਾ ਸਿੰਘ ਆਲੂਵਾਲੀਆ, ਸਰਦਾਰ ਜੜਤ ਸਿੰਘ, ਸਰਦਾਰ ਜੱਸਾ ਸਿੰਘ ਰਾਮਗੜੀਆ, ਸਰਦਾਰ ਹਰੀ ਸਿੰਘ ਤੇ ਸਰਬਜੀਤ ਸਿੰਘ ਡੱਲੇਵਾਲੀਆ ਵਿਚਾਰ ਕਰਕੇ ਅਹਿਮਦ ਸ਼ਾਹ ਅਬਦਾਲੀ ਨੂੰ ਸੁਨੇਹਾ ਭੇਜਦੇ ਨੇ। ਉਸ ਸੁਨੇਹੇ ਦਾ ਜ਼ਿਕਰ ਸਰਦਾਰ ਸੋਹਣ ਸਿੰਘ ਸੀਤਲ ਨੇ ਆਪਣੀ ਰਚਨਾ 'ਚ ਬੜਾ ਪਿਆਰਾ ਕੀਤਾ। ਕਹਿੰਦੇ ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ ਮਿਲਾਂਗੇ ਉਸ ਨੂੰ ਰਣ ਵਿੱਚ ਹੱਥ ਤੇਗ ਉਠਾ ਕੇ, ਸ਼ਰਤਾਂ ਲਿਖਾਂਗੇ ਰੱਤ ਨਾਲ ਖੈਬਰ ਕੋਲ ਜਾ ਕੇ, ਸ਼ਾਹ ਨਜਰਾਨੇ ਸਭ ਤੋਂ ਭਾਲਦਾ ਇਉਂ ਈਨ ਮਨਾ ਕੇ, ਪਰ ਸ਼ੇਰ ਨਾ ਜਿਉਂਦੇ ਸੀਤਲਾ ਨੱਕ ਨੱਥ ਪਵਾ ਕੇ। ਇਹ ਨਹੀਂ ਹੋ ਸਕਦਾ। ਕੇਵਲ ਤੇ ਕੇਵਲ ਰਾਜ ਨੂੰ ਮਾਨਣ ਦੇ ਵਾਸਤੇ ਪਾਤਸ਼ਾਹੀ ਦਾਵਾ ਛੱਡਿਆ ਨਹੀਂ ਜਾ ਸਕਦਾ। ਸੋ ਇਹ ਦਾਵਾ ਜਿਹੜਾ ਤੁਸੀਂ ਮੈਦਾਨੇ ਜੰਗ 'ਚ ਕਾਇਮ ਰੱਖਿਆ। ਦੂਜਾ ਦਾਵਾ ਜਦੋਂ ਤੁਹਾਨੂੰ ਪੇਸ਼ਕਸ਼ ਹੁੰਦੀ ਹੈ, ਸਰਦਾਰ ਸ਼ਬੇਗ ਸਿੰਘ ਆਉਂਦੇ ਨੇ, ਜ਼ਕਰੀਆ ਖਾਨ ਦੇ ਕਹਿਣ ਦੇ ਉੱਪਰ ਸਰਦਾਰ ਦਰਬਾਰਾ ਸਿੰਘ ਦੇ ਕੋਲ ਕਿ ਤੁਸੀਂ ਨਵਾਬੀ ਲੈ ਲਓ। ਕੰਗਨਵਾਲ, ਝਬਾਲ ਤੇ ਦੀਪਾਲਪੁਰ, 3 ਇਲਾਕਿਆਂ ਦੀ ਨਵਾਬੀ, 1 ਲੱਖ ਦੀ ਜਗੀਰ, 1 ਖਿੱਲਤ, 1 ਸੋਨੇ ਦੀ ਕਲਗੀ, 2 ਸੋਨੇ ਦੇ ਕੰਗਣਾ ਦੇ ਜੋੜੇ, 1 ਤਲਵਾਰ, 1 ਜ਼ਿਗਾ, 1 ਸੋਨੇ ਦੀ ਮਾਲਾ। ਆਪ ਪ੍ਰਵਾਨ ਕਰੋ। ਲਾਹੌਰ ਦਾ ਨਵਾਬ ਜ਼ਕਰੀਆ ਖਾਨ, ਫੌਜਦਾਰ ਉਹ ਨਵਾਬ ਤੁਸੀਂ, ਪੇਸ਼ਕਸ਼। ਪਰ ਹੁਣ ਇੱਥੇ ਇੱਕ ਗੱਲ ਦਾ ਖਿਆਲ ਰੱਖਿਓ ਕਿ ਪਾਤਸ਼ਾਹੀ ਦਾਵਾ ਹਰ ਸਿੱਖ ਦੇ ਮਨ ਅੰਦਰ ਵਸਿਆ ਹੋਣਾ ਚਾਹੀਦਾ ਹੈ ਔਰ ਉਸ ਦਾਅਵੇ ਦੀ ਸੂਝ ਹੋਣੀ ਚਾਹੀਦੀ ਹੈ। ਹੁਣ ਸਰਦਾਰ ਦਰਬਾਰਾ ਸਿੰਘ ਸਿੱਖਾਂ ਦੇ ਰਾਜਨੀਤਿਕ ਨੇਤਾ ਨੇ, ਜਥੇ ਦੇ ਆਗੂ ਨੇ, ਪਰ ਉਹ ਧਰਮ ਦੀਆਂ ਮਾਨਤਾਵਾਂ ਨੂੰ ਜਾਣਦੇ ਨੇ। ਜਦੋਂ ਉਹਨਾਂ ਦੇ ਅੱਗੇ ਨਵਾਬੀ ਰੱਖੀ ਜਾਂਦੀ ਹੈ ਤਾਂ ਪਤਾ ਕੀ ਕਹਿੰਦੇ ਆ, ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ। ਵੇਖੋ ਜੀ, ਅਸੀਂ ਤੇ ਗੁਰੂ ਤੋਂ ਦਿੱਤੀ ਹੋਈ ਪਾਤਸ਼ਾਹੀ ਨੂੰ ਮਾਣ ਰਹੇ ਹਾਂ। ਮੈਦਾਨੇ ਜੰਗ ਦੇ ਵਿੱਚ ਲੜ ਕੇ ਜਿੱਤਾਂਗੇ ਤਾਂ ਵੀ ਪਾਤਸ਼ਾਹੀ ਹੈ, ਤੇ ਲੜ ਕੇ ਸ਼ਹੀਦ ਹੋ ਜਾਵਾਂਗੇ, ਗੁਰੂ ਦੀ ਗੋਦ 'ਚ ਜਾਵਾਂਗੇ ਤਾਂ ਵੀ ਪਾਤਸ਼ਾਹੀ ਹੈ। ਜਾਂ ਇਤਕੋ ਜਾਂ ਅਗਲੋ, ਜਾਂ ਲੋਕ ਜਾਂ ਪਰਲੋਕ, ਸਾਡੀ ਤਾਂ ਪਾਤਸ਼ਾਹੀ ਦੋਵੇਂ ਹੀ ਪਾਸੇ ਹੈ। ਇਸ ਕਰਕੇ ਸਾਨੂੰ ਅੱਗ ਕੋ ਲੋੜ ਨਵਾਬੀ ਨਹੀਂ। ਇਹ ਤੁਹਾਡੇ ਰਾਜਨੀਤਿਕ ਲੀਡਰ ਦਾ ਕਿਰਦਾਰ ਹੈ। ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਜੀ 5 ਪਿਆਰੇ, ਸਾਡੀ 5 ਪ੍ਰਧਾਨੀ ਸਿਸਟਮ। ਉਹਦੇ ਵਿੱਚ 5 ਪਿਆਰਿਆਂ 'ਚ ਬੈਠੇ ਨੇ ਮਹਾਰਾਜਾ ਰਣਜੀਤ ਸਿੰਘ ਦਾ ਪੜਦਾਦਾ ਸਰਦਾਰ ਬੁੱਢਾ ਸਿੰਘ, ਬਾਬਾ ਦੀਪ ਸਿੰਘ ਸ਼ਹੀਦ, ਸਰਦਾਰ ਕਰਮ ਸਿੰਘ, ਸਰਦਾਰ ਹਰੀ ਸਿੰਘ ਤੇ ਸਰਦਾਰ ਜੱਸਾ ਸਿੰਘ। ਇਹ 5 ਪਿਆਰਿਆਂ 'ਚ ਬੈਠੇ ਨੇ। ਤੇ ਸ਼ਬੇਗ ਸਿੰਘ ਜਦੋਂ ਇਹਨਾਂ ਦੇ ਅੱਗੇ ਲਿਆ ਕੇ ਨਵਾਬੀ ਰੱਖਦੇ ਨੇ, ਤੇ ਹੁਣ ਧਾਰਮਿਕ ਲੀਡਰਸ਼ਿਪ ਦਾ ਪਾਤਸ਼ਾਹੀ ਦਾਅਵੇ ਪ੍ਰਤੀ ਪ੍ਰਤੀਕਰਨ ਕੀ ਹੈ? ਉਹ ਪਤਾ ਕੀ ਕਹਿੰਦੇ ਨੇ? ਕਹਿੰਦੇ ਸਾਡੇ ਅੱਗੇ ਕੀ ਚੀਜ਼ ਹੈ? ਪਾਤਸ਼ਾਹੀ ਛੱਡ, ਅਸੀਂ ਤੇ ਅੱਗੇ ਪਾਤਸ਼ਾਹ। ਜਿਹਨੂੰ ਗੁਰੂ ਨੇ ਗੱਲ ਨਾਲ ਲਾ ਕੇ ਕਹਿ ਦਿੱਤਾ ਤੁਸੀਂ ਮੇਰੇ 5 ਪਿਆਰੇ ਹੋ, ਨਵਾਬੀ ਦੀ ਤਾਂ ਗੱਲ ਛੱਡੋ, ਉਹਨਾਂ ਦੇ ਅੱਗੇ ਪਾਤਸ਼ਾਹੀ ਕੀ ਚੀਜ਼ ਹੈ? ਅਸੀਂ ਤੇ ਅੱਗੇ ਪਾਤਸ਼ਾਹ ਤੋਂ ਉੱਪਰ ਪਾਤਸ਼ਾਹੀ ਛੱਡ ਕੇਵਲ ਐਵੇਂ ਨਵਾਬੀ, ਇਹ ਉੱਤ ਕੇ ਮਹਮ ਕਰੇ ਖਰਾਬੀ। ਜਵਾਬ ਦੇ ਦਿੱਤਾ। ਤੇ ਫਿਰ ਗੁਰੂ ਨੂੰ ਪੁੱਛਿਆ ਜਾਵੇ, ਤੇ ਜਦੋਂ ਗੁਰੂ ਸਾਹਿਬ ਦਾ ਹੁਕਮ ਲਿਆ ਗਿਆ ਤੇ ਫਰਮਾਨ ਕੁਦਰਤਨ ਆ ਗਿਆ, ਪੰਥ ਪ੍ਰਕਾਸ਼ ਗਿਆ, ਟਹਿਲ ਮਹਿਲ ਤਾਂ ਕੋ ਮਿਲੇ ਚਾਰ ਤੋਂ ਸਾਧ ਕਿਰਪਾਲ, ਕਿ ਜਿਹੜਾ ਸੰਗਤ 'ਚ ਸੇਵਾ ਕਰ ਰਿਹਾ ਉਹਦੀ ਝੋਲੀ 'ਚ ਨਵਾਬੀ ਪਾ ਦਿਓ। ਤੇ ਸੇਵਾ ਕਰ ਰਹੇ ਸੀ ਸਰਦਾਰ ਕਪੂਰ ਸਿੰਘ, ਤੇ ਜਦੋਂ ਸਰਦਾਰ ਕਪੂਰ ਸਿੰਘ ਨੂੰ ਕਿਹਾ ਗਿਆ ਕਿ ਨਵਾਬੀ ਪੰਥ ਨੇ ਤੈਨੂੰ ਦੇਣੀ ਹੈ, ਤੇ ਇੱਕ ਸਿੱਖ ਦਾ ਪਾਤਸ਼ਾਹੀ ਦਾਅਵੇ ਪ੍ਰਤੀ ਅਪਰੋਚ ਕੀ ਹੈ? ਕਹਿੰਦਾ ਸੇਵਾ ਮਹਿ ਆਨੰਦ ਹੈ, ਸੇਵਾ ਮਹਿ ਪਾਤਸ਼ਾਹੀ, ਹਮ ਕੋ ਲੋੜ ਨਵਾਬੀ ਨਾ ਦੇ।
ਇਹਦਾ ਸੇਵਾ ਦੇ ਵਿੱਚ ਹੀ ਪਾਤਸ਼ਾਹੀ ਹੈ। ਇੰਨਾ ਆਨੰਦ ਆਉਂਦੇ ਆ, ਮੈਂ ਤੁਹਾਡੀ ਨਵਾਬੀ ਲੈ ਕੇ ਕੀ ਕਰਨਾ। ਸੋ ਇਹ ਸਾਡੀ ਅਪਰੋਚ, ਸਾਡੀ ਪਹੁੰਚ ਹੈ ਕਿ ਅਸੀਂ ਕਿਸੇ ਵੀ ਪਾਤਸ਼ਾਹੀ ਦਾਅਵੇ ਨੂੰ ਛੱਡ ਕੇ ਨਵਾਬੀ ਦੀ ਆਸ ਵੀ ਨਹੀਂ ਕਰਦੇ। ਸੋ ਜਿੰਨਾ ਚਿਰ ਤੱਕ ਸਾਡੇ ਮਨ ਦੇ ਅੰਦਰ ਇਹ ਜਿਹੜੇ ਸੰਕਲਪ ਨੇ ਇਹ ਸਪਸ਼ਟ ਨਹੀਂ ਹੁੰਦੇ, ਉਹਨਾਂ ਚਿਰ ਤੱਕ ਇਹ ਨਹੀਂ ਕਿਹਾ ਜਾ ਸਕਦਾ ਅਸੀਂ ਦੀਪ ਦੀ ਸੋਚ ਤੇ ਤੁਰ ਰਹੇ ਹਾਂ, ਕਿਉਂਕਿ ਦੀਪ ਦੀ ਆਪਣੀ ਸੋਚ ਤਾਂ ਕੋਈ ਹੈ ਹੀ ਨਹੀਂ। ਦੀਪ ਨੇ ਕੁਛ ਨਵਾਂ ਥੋੜਾ ਦਿੱਤਾ, ਉਹ ਸਭ ਕੁਝ ਤੁਹਾਡੇ ਇਤਿਹਾਸ 'ਚ ਪਿਆ ਹੈ। ਉਸ ਨੇ ਆਪਣੇ ਨਵੇਕਲੇ ਢੰਗ ਤੇ ਨਵੇਂ ਪ੍ਰਸੰਗ ਦੇ ਨਾਲ ਨੌਜਵਾਨੀ ਨੂੰ ਇੱਕ ਵਿਆਖਿਆ ਦਿੱਤੀ ਹੈ ਜਿਹੜੀ ਤੁਸੀਂ ਸੌਖਿਆ ਸਮਝੀ ਹੈ। ਅਸੀਂ ਸ਼ਾਇਦ ਕਿਤੇ ਸਮਝਾਉਣ 'ਚ ਨਾਕਾਮ ਰਹੇ, ਉਸ ਨਾਕਾਮੀ ਨੂੰ ਮੰਨਣਾ ਪਵੇਗਾ। ਕਿਤੇ ਨਾ ਕਿਤੇ ਅਸੀਂ ਨਾਕਾਮ ਰਹੇ ਹਾਂ, ਪਰ ਉਸ ਨੇ ਉਸ ਦੀ ਇੱਕ ਵਿਆਖਿਆ ਦਿੱਤੀ ਹੈ। ਦੂਜੀ ਗੱਲ, ਫਿਰ ਉਸ ਦੀ ਵਿਆਖਿਆ ਤੋਂ ਤੁਸੀਂ ਇੰਨੇ ਪ੍ਰਭਾਵਿਤ ਕਿਉਂ ਹੋਏ? ਮੈਨੂੰ ਵਕਤ ਦੱਸ ਦਿਓ। ਠੀਕ ਹੈ ਜੀ, ਹੈਗੇ 10 ਮਿੰਟ, ਮੈਂ ਸਬਜੈਕਟ ਆਪਣਾ ਪੂਰਾ ਕਰ ਲਿਆ। ਅਗਲੀ ਗੱਲ ਕਿ ਇੰਨੇ ਜ਼ਿਆਦਾ ਅਸੀਂ ਪ੍ਰਭਾਵਿਤ ਕਿਉਂ ਹੋਏ? ਉਹਦਾ ਇੱਕ ਕਾਰਨ ਹੈ ਕਿ ਉਸੇ ਪਾਤਸ਼ਾਹੀ ਦਾਅਵੇ ਦੀ ਗੱਲ, ਉਸੇ ਹੋਣ ਦੀ ਗੱਲ, ਉਸੇ ਐਗਜ਼ਿਸਟੈਂਸ ਦੀ ਗੱਲ, ਜਾਂ ਉਹਦੀਆਂ ਕਈਆਂ ਗੱਲਾਂ ਦੀ ਅਕੈਡਮਿਕ ਪਰਸੈਪਸ਼ਨ ਮੈਂ ਵੀ ਕਰ ਰਿਹਾ, ਤੁਸੀਂ ਸੁਣ ਰਹੇ ਹੋ। ਪਰ ਹੋ ਸਕਦਾ ਇਹਨਾਂ ਗੱਲਾਂ ਦੇ ਪਿੱਛੇ ਮੇਰਾ ਜਿਹੜਾ ਮਕਸਦ ਹੈ ਉਹ ਦੌਲਤ ਤੇ ਸ਼ੋਹਰਤ ਨੂੰ ਮਾਰਨ ਦਾ। ਮੈਂ ਲੈਕਚਰ ਕਰ ਰਿਹਾ, ਅਸੀਂ ਰਿਕਾਰਡ ਕਰ ਲੈਣਾ, ਫਿਰ ਮੈਂ YouTube ਦੇ ਉੱਪਰ ਅਪਲੋਡ ਕਰਨਾ ਹੈ, ਤੇ ਫਿਰ ਮੈਂ ਵੇਖਣਾ ਵਿਊ ਕਿੰਨੇ ਆਏ, ਉਹਦੇ 'ਚ ਮੇਰੀ ਸ਼ੋਹਰਤ ਲੁਕੀ ਹੈ ਮੇਰੇ ਮਨ ਦੀ। ਫਿਰ ਮੈਂ ਵੇਖਣਾ ਇੰਨੇ ਵਿਊ 'ਚ ਪੈਸਾ ਕਿੰਨਾ ਆਇਆ, ਉਹ ਦੌਲਤ ਲੁਕੀ ਹੋਈ ਹੈ। ਮੈਂ ਤੁਹਾਨੂੰ ਆਪਣੀ ਬਾਤ 'ਚ ਸਮਝਾ ਰਿਹਾ ਕਿ ਜਦੋਂ ਅਸੀਂ ਇਸ ਗੱਲ ਨੂੰ ਕਰ ਰਹੇ ਸੀ ਨਾ, ਸਾਡੇ 'ਚ ਦੌਲਤ ਵੀ ਪਈ ਹੈ ਤੇ ਸ਼ੋਹਰਤ ਵੀ ਪਈ। ਪਰ ਜਦੋਂ ਦੀਪ ਪਾਤਸ਼ਾਹੀ ਦੀ ਗੱਲ, ਦਾਅਵੇ ਦੀ ਗੱਲ, ਹੋਣ ਦੀ ਗੱਲ ਤੁਹਾਡੇ ਨਾਲ ਆ ਕੇ ਕਰ ਰਿਹਾ ਨਾ, ਉਹ ਦੋਵਾਂ ਚੀਜ਼ਾਂ ਦਾ ਉੱਪਰਲੇ ਪੱਧਰ ਦੇ ਉੱਪਰ ਆਨੰਦ ਮਾਣ ਕੇ ਹੈ। ਉਸਨੇ ਦੌਲਤ ਦੇ ਵੀ ਸਾਰੇ ਨਜ਼ਾਰੇ ਵੇਖੇ ਨੇ, ਉਸਨੇ ਸ਼ੋਹਰਤ ਦੇ ਵੀ ਸਾਰੇ ਨਜ਼ਾਰੇ ਵੇਖੇ। ਉਹ ਮਟੀਰੀਅਲਿਜ਼ਮ ਦੇ ਇਹ ਜਿੰਨੇ ਵੀ ਵੱਡੇ ਉੱਚੇ ਬਿੰਬ ਨੇ, ਉਹ ਸਾਰਿਆਂ ਦੀ ਚਮਕ ਜਿਹੜੀ ਹੈ ਉਹ ਵੇਖ ਚੁੱਕਾ ਹੈ। ਸੋ ਪਾਤਸ਼ਾਹੀ ਦਾਅਵੇ ਦੀ ਗੱਲ ਮੈਂ ਕਰਾਂ ਤੇ ਮੇਰਾ ਨਿਸ਼ਾਨਾ ਸ਼ੋਹਰਤ ਹੋ ਸਕਦੀ ਹੈ, ਦੀਪ ਕਰੇ ਤਾਂ ਉਹ ਸ਼ੋਹਰਤ ਛੱਡ ਕੇ ਹੈ। ਉਹ ਗੱਲ ਮੈਂ ਕਰਾਂ, ਮੇਰਾ ਨਿਸ਼ਾਨਾ ਦੌਲਤ ਹੋ ਸਕਦੀ ਹੈ, ਉਹ ਦੌਲਤ ਛੱਡ ਕੇ ਹੈ। ਔਰ ਇਸ ਗੱਲ ਨੂੰ ਹਮੇਸ਼ਾ ਹੀ ਸ਼ਬਦਾਂ ਨੂੰ ਲੋਕੀ ਕਦੀ ਪ੍ਰਵਾਨ ਨਹੀਂ ਕਰਦੇ, ਅਮਲ ਨੂੰ ਪ੍ਰਵਾਨ ਕਰਦੇ। ਮੈਂ ਤੁਹਾਨੂੰ ਇੱਕ ਉਦਾਹਰਨ ਦਿੱਤਾ, 5ਵੇਂ ਪਾਤਸ਼ਾਹ ਵਿੱਚ ਇੱਕ ਸਵਾਲ ਕਰਦੇ ਨੇ ਸਿੱਖ ਦਰਬਾਰ ਦੇ ਵਿੱਚ ਬੈਠੇ, ਪਾਤਸ਼ਾਹ ਸਿੱਖੀ ਦਾ ਬਹੁਤ ਪ੍ਰਚਾਰ ਹੋਇਆ, ਬੜਾ ਪ੍ਰਚਾਰ ਹੋਇਆ, ਸਾਰੇ ਇਲਾਕੇ ਦੇ ਲੋਕ ਸਿੱਖ ਧਰਮ 'ਚ ਆਉਂਦੇ ਜਾ ਰਹੇ ਨੇ, ਪਰ ਲਾਹੌਰ ਦੇ ਵਿੱਚ ਇੱਕ ਮੁਹੱਲਾ ਹੈ ਮਜੰਗਾ ਦਾ ਮੁਹੱਲਾ, ਉਹ ਜਿਹੜੇ ਮਜੰਗ ਨੇ ਉਹ ਸਿੱਖੀ 'ਚ ਨਹੀਂ ਆ ਰਹੇ। ਇੱਕ ਪ੍ਰਚਾਰਕ ਭੇਜਿਆ ਜਾਂਦਾ, ਦੂਸਰਾ ਭੇਜਿਆ ਜਾਂਦਾ, ਸਿੱਖ ਭਾਈ ਗੁਰਦਾਸ ਨਹੀਂ ਆਪਣੇ ਤੌਰ ਤੇ ਭੇਜੀ ਜਾਂਦੇ ਨੇ। ਬੈਠੇ ਫਿਰ ਇੱਕ ਦਿਨ ਚਰਚਾ ਹੁੰਦੀ ਹੈ ਤੇ ਪਾਤਸ਼ਾਹ ਦਰਬਾਰ ਦੇ ਵਿੱਚ ਬੈਠੇ, ਸ਼ਾਇਦ ਉਹਦਾ ਨਾਮ ਭਾਈ ਭਗਤੂ ਜਾਂ ਭਾਈ ਭਾਨੂ ਜੀ ਸੀ, ਕਹਿੰਦੇ ਇਹਨਾਂ ਨੂੰ ਭੇਜੋ, ਤੁਸੀਂ ਬੜੇ ਪ੍ਰਚਾਰਕ ਭੇਜ ਦਿੱਤੇ, ਇਹਨਾਂ ਨੂੰ ਭੇਜੋ। ਕੁਝ ਸਮਾਂ ਉੱਥੇ ਜਾਂਦੇ ਨੇ, ਪ੍ਰਚਾਰ ਕਰਦੇ ਨੇ, ਤੇ ਹੁਣ ਸਭ ਤੋਂ ਵੱਧ ਮਜੰਗਾ ਦੇ ਮੁਹੱਲੇ ਦੇ ਲੋਕ ਸਿੱਖੀ ਚ ਆ ਰਹੇ ਨੇ। ਫਿਰ ਦਰਬਾਰ ਲੱਗਾ ਤੇ ਫਿਰ ਇੱਕ ਸਿੱਖ ਸਵਾਲ ਕਰਦਾ ਹੈ ਜਿਹੜਾ ਪਹਿਲਾਂ ਗਿਆ ਸੀ, ਪਾਤਸ਼ਾਹ ਗੱਲਾਂ ਤਾਂ ਮੈਂ ਵੀ ਉਹੀ ਕੀਤੀਆਂ ਜਿਹੜੀਆਂ ਭਾਈ ਭਗਤੂ ਜੀ ਨੇ ਕੀਤੀਆਂ, ਗੱਲਾਂ ਤਾਂ ਮੈਂ ਵੀ ਉਹੀ ਕੀਤੀਆਂ ਜਿਹੜੀਆਂ ਭਾਈ ਭਗਤੂ ਜੀ ਨੇ ਕੀਤੀਆਂ, ਪਰ ਮੇਰੀਆਂ ਗੱਲਾਂ ਕਰਕੇ ਮਜੰਗ ਸਿੱਖ ਕਿਉਂ ਨਾ ਬਣੇ, ਇਹਦੀਆਂ ਗੱਲਾਂ ਕਰਕੇ ਮਜੰਗ ਸਿੱਖ ਕਿਉਂ ਬਣ ਗਏ ਨੇ? ਤੇ ਪਾਤਸ਼ਾਹ ਕਹਿੰਦੇ ਨੇ ਉਹ ਜੋ ਕਹਿੰਦਾ ਹੈ ਉਹ ਆਪਣੀ ਜ਼ਿੰਦਗੀ 'ਚ ਵੀ ਹੰਡਾਉਂਦਾ ਹੈ, ਉਹ ਜੋ ਕਹਿੰਦਾ ਹੈ ਨਾ ਉਹ ਅਮਲ ਵੀ ਕਰਦਾ, ਤੁਸੀਂ ਸਿਰਫ ਕਹਿੰਦੇ ਸੀ। ਸੋ ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਮਟੀਰੀਅਲਿਜ਼ਮ ਦੇ ਵਿੱਚ ਜਦੋਂ ਸਾਡਾ ਨਿਸ਼ਾਨਾ ਚੰਗੀ ਗੱਲ ਕਰਕੇ ਦੌਲਤ ਤੇ ਸ਼ੋਹਰਤ ਹੁੰਦਾ ਨਾ, ਉਹ ਕੰਨ ਰਸਤੇ ਹੋ ਸਕਦਾ, ਰੌਚਕਤਾ ਤੇ ਹੋ ਸਕਦੀ ਹੈ, ਪਰ ਉਹ ਗੱਲ ਪ੍ਰਵਾਹਿਤ ਨਹੀਂ ਹੁੰਦੀ, ਕਿਉਂਕਿ ਉਹਦੇ ਪਿੱਛੇ ਜਿਹੜੀ ਸਾਡੀ ਮਾਨਸਿਕਤਾ ਹੈ ਨਾ ਉਹ ਦੌਲਤ ਤੇ ਸ਼ੋਹਰਤ ਤੋਂ ਪ੍ਰਭਾਵਿਤ ਹੁੰਦੀ ਹੈ। ਸੋ ਜੇ ਨੌਜਵਾਨੀ ਨੇ ਇਸ ਗੱਲ ਨੂੰ ਮਾਣਿਆ ਕਿ ਦੀਪ ਸਿੱਧੂ ਨੇ ਹੋਂਦ ਦੀ, ਪਾਤਸ਼ਾਹੀ ਦਾਅਵੇ ਦੀ ਗੱਲ, ਐਗਜ਼ਿਸਟੈਂਸ ਦੀ ਗੱਲ, ਨਿਆਰੇਪਨ ਦੀ ਗੱਲ ਕੀਤੀ ਹੈ, ਸਟੇਟਹੁੱਡ ਦੀ ਗੱਲ ਕੀਤੀ ਹੈ, ਤਾਂ ਉਹਦਾ ਇਹ ਕਾਰਨ ਸੀ ਕਿ ਉਹਦੇ ਪਿੱਛੇ ਮਕਸਦ ਦੌਲਤ ਤੇ ਸ਼ੋਹਰਤ ਨਹੀਂ ਸੀ।
ਉਹ ਸਾਰੀਆਂ ਚੀਜ਼ਾਂ ਉਹ ਮਾਣ ਕੇ ਆਇਆ ਸੀ, ਵੱਡੇ ਪੱਧਰ ਦੇ ਉੱਪਰ ਉਸ ਪੌਸ਼ ਲਾਈਫ ਉਹ ਮਾਣ ਕੇ ਆਇਆ ਸੀ। ਹੁਣ ਅਗਲੀ ਗੱਲ ਹੈ, ਨੌਜਵਾਨ ਸਵੀਕਾਰਦੇ ਨਹੀਂ, ਪਰ ਇੱਕ ਬਹੁਤ ਵੱਡਾ ਪੰਜਾਬ ਦੇ ਵਿੱਚ ਉਹਨਾਂ ਹੀ ਮੁੱਦਿਆਂ ਦੇ ਉੱਪਰ ਲੜ ਰਿਹਾ ਢਾਂਚਾ ਕਿਉਂ ਨਹੀਂ ਸਵੀਕਾਰਦਾ? ਇਹ ਸਭ ਤੋਂ ਵੱਡਾ ਕਿ ਜਿਹੜੀਆਂ ਗੱਲਾਂ ਦੀਪ ਸਿੱਧੂ ਕਰਦਾ ਹੈ ਉਹਨਾਂ ਹੀ ਮੁੱਦਿਆਂ ਦੇ ਉੱਪਰ ਬਹੁਤ ਸਾਰੇ ਹੋਰ ਵੀਰ ਵੀ ਸੰਘਰਸ਼ ਕਰ ਰਹੇ ਨੇ, ਪਰ ਉਹ ਦੀਪ ਨੂੰ ਜਗ੍ਹਾ ਨਹੀਂ। ਐਕਚੁਅਲੀ ਤੁਲਸੀ ਨੇ ਇੱਕ ਗੱਲ ਬੜੀ ਵਧੀਆ ਕਹੀ ਹੈ, ਉਹ ਐਸੋ ਜਨਮਿਓ ਜਗ ਮਾਹੈ ਪ੍ਰਭਤਾ ਪਾਏ ਜਿਸ ਮਤ ਮਤ ਨਾਏ। ਦਰਅਸਲ ਅਹੁਦੇ ਤੇ ਪ੍ਰਭਤਾ ਨੂੰ ਛੱਡਣਾ ਔਰ ਆਪਣੇ ਜਿਉਂਦੇ ਜੀ ਇਸ ਗੱਲ ਨੂੰ ਵੇਖਣਾ ਕਿ ਲੋਕ ਮੇਰੇ ਤੋਂ ਵੱਧ ਦੀਪ ਨੂੰ ਸੁਣ ਰਹੇ ਨੇ, ਇਹਨੂੰ ਬਰਦਾਸ਼ਤ ਕਰਨਾ ਬੜਾ ਔਖਾ। ਬੜੀ ਵੱਡੀ ਸੱਟ ਵੱਜਦੀ ਹੋ ਮੈਨੂੰ ਕਿਹਾ ਮੈਂ ਬੋਲਾਂ ਤੇ 10 ਬੰਦੇ ਸੁਣਦੇ ਹੋਣ, ਮੇਰੇ ਤੋਂ ਬਾਅਦ ਦੀਪ ਬੋਲੇ ਤੇ 50 ਬੰਦੇ ਸੁਣਨ, ਇਹ ਜਿਹੜੀ ਹਉਮੈ ਹੈ। ਪਰ ਗੁਰੂ ਪਾਤਸ਼ਾਹ ਨੇ ਛੱਡਣ ਦੀ ਗੱਲ ਕੀਤੀ ਸੀ। ਸਭ ਪਾਤਸ਼ਾਹ ਨੇ ਤਾਂ ਆਪ ਕਿਹਾ ਸੀ ਲਾਈਨ ਤਿਆਰ ਕਰੋ। ਗੁਰੂ ਨਾਨਕ ਸੱਚੇ ਪਾਤਸ਼ਾਹ ਦਰਬਾਰ 'ਚ ਬੈਠੇ ਨੇ, ਲਹਿਣਾ ਜੀ ਪਹਿਲੀ ਵਾਰੀ ਜਦੋਂ ਦਰਸ਼ਨ ਕਰਨ ਆ ਰਹੇ ਨੇ ਤੇ ਪਾਤਸ਼ਾਹ ਦਰਬਾਰ 'ਚੋਂ ਉੱਠ ਕੇ ਆਪ ਜਾਂਦੇ ਨੇ ਤੇ ਬਾਬਾ ਬੁੱਢਾ ਜੀ ਕਹਿੰਦੇ ਨੇ ਕਿੱਥੇ ਚੱਲੇ ਹੋ? ਕਹਿੰਦੇ ਮੇਰੇ ਰਾਜ ਦਾ ਧਨੀ ਆਇਆ, ਮੇਰੇ ਰਾਜ ਦਾ ਧਨੀ ਆਇਆ ਕਿ ਮੈਂ ਜਿਹਨੂੰ ਅਗਲੀ ਜਗ੍ਹਾ ਦੇਣੀ ਹੈ। ਸੋ ਆਪਣੇ ਤੋਂ ਬਾਅਦ ਆਪਣੀ ਜਾਨਸ਼ੂਨ ਦੀ ਚੋਣ ਯੋਗ ਨਿਯੁਕਤੀ ਤੇ ਉਹਦੇ ਨੂੰ ਛੱਡ ਦੇਣਾ, ਇਹ ਤਾਂ ਸਾਨੂੰ ਪਾਤਸ਼ਾਹ ਨੇ ਸਮਝਾ ਦਿੱਤਾ ਸੀ। ਮੈਂ ਤੁਹਾਨੂੰ ਦਾ ਇਤਿਹਾਸ 'ਚ ਹੋਰ ਉਦਾਹਰਨ ਦਿੰਦਾ। ਸਰਦਾਰ ਬਾਗ ਸਿੰਘ ਹੱਲੋਵਾਲੀਏ ਦੀ ਭੈਣ ਦਾ ਪੁੱਤ ਸਰਦਾਰ ਜੱਸਾ ਸਿੰਘ ਹੱਲੋਵਾਲੀਆ 5 ਸਾਲ ਦਾ ਸੀ, ਪਿਤਾ ਦੀ ਮੌਤ ਹੋ ਚੁੱਕੀ ਸੀ ਤੇ ਮਾਂ ਲੈ ਕੇ ਚਲੀ ਗਈ। ਇਹਨਾਂ ਦਾ ਜਨਮ 5 ਮਈ 1718 ਨੂੰ ਹੋਇਆ ਸੀ, ਇਹੀ ਮਹੀਨਾ ਕੁਝ ਦਿਨ ਪਹਿਲਾਂ। ਮਾਂ ਲੈ ਕੇ ਚਲੀ ਗਈ ਮਾਤਾ ਸੁੰਦਰੀ ਜੀ ਦੇ ਕੋਲ ਦਿੱਲੀ, ਤੇ 5 ਸਾਲ ਦੀ ਉਮਰ ਦੇ ਵਿੱਚ ਸਰਦਾਰ ਜੱਸਾ ਸਿੰਘ ਨੇ ਕੀਰਤਨ ਸੁਣਾਇਆ। ਤੇ ਜਦੋਂ ਕੀਰਤਨ ਸੁਣਾਇਆ ਤੇ ਮਾਤਾ ਸੁੰਦਰੀ ਜੀ ਗੱਲ ਨਾਲ ਲਾ ਕੇ ਪਤਾ ਕੀ ਕਹਿੰਦੇ, ਇਸਕੋ ਇਹਾਂ ਛੋੜ ਜਾਓ, ਇਹਾਂ ਤਾਂ ਮੇਰਾ ਪੁੱਤ ਰਹਿੰਦਾ, ਇਹ ਤੇ ਮੇਰਾ ਪੁੱਤ ਆ, ਇਹਨੂੰ ਛੱਡ ਜਾਓ ਤੇ ਤੁਸੀਂ ਜਾਓ। ਮਾਂ ਛੱਡ ਕੇ ਪੁੱਤ ਨੂੰ ਆ ਗਈ ਕਿ ਵੱਡੀ ਮਾਂ ਨੇ ਮੰਗਿਆ। ਕੁਛ ਚਿਰ ਬਾਅਦ ਪੁੱਤਰ ਵਾਪਸ ਆਇਆ। ਕਰਤਾਰਪੁਰ ਦੇ ਲਾਗੇ ਸਰਦਾਰ ਕਪੂਰ ਸਿੰਘ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੇ ਵਾਸਤੇ ਜੰਗਲ ਚੋਂ ਨਿਕਲੇ ਸਿੰਘਾਂ ਨੂੰ ਇਕੱਠੇ ਹੋਏ ਸੀ। ਜਦੋਂ ਇਕੱਠੇ ਹੋਏ ਤੇ ਮਾਂ ਤੇ ਮਾਮਾ ਸਰਦਾਰ ਬਾਗ ਸਿੰਘ ਸਰਦਾਰ ਕਪੂਰ ਸਿੰਘ ਨੂੰ ਬੁਲਾਉਂਦੇ ਨੇ ਕਿ ਆਹ ਸਾਡਾ ਭਣੇਵਾ ਦਿੱਲੀ ਮਾਤਾ ਜੀ ਦੇ ਕੋਲ ਰਹਿ ਕੇ ਆਇਆ ਤੇ ਇਹ ਅੱਜ ਕੀਰਤਨ ਕਰਨਾ ਚਾਹੁੰਦਾ ਹੈ। ਜਦੋਂ ਕੀਰਤਨ ਸੁਣਿਆ ਤੇ ਨਵਾਬ ਕਪੂਰ ਸਿੰਘ ਗਾਲਾ ਲਾ ਕੇ ਕਹਿੰਦੇ ਇੱਥੇ ਹੀ ਛੱਡ ਜਾਓ, ਇਹ ਮੇਰਾ ਪੁੱਤਰ ਹੈ। ਆਪਣੀ ਲਾਈਨ ਨੂੰ ਆਪ ਸਵੀਕਾਰ ਕੀਤਾ। ਔਰ ਨਵਾਬ ਕਪੂਰ ਸਿੰਘ ਦੇ ਦਰਬਾਰ ਦੇ ਵਿੱਚ ਪਤਾ ਕੀ ਕਿਹਾ, ਜਿਸ ਵਾਰਸ ਦੀ ਲੋੜ ਸੀ ਉਹ ਮਿਲ ਗਿਆ ਹੈ, ਹੁਣ ਮੈਂ ਪਰਿਵਾਰ 'ਚ ਪੈ ਕੇ ਆਪਣਾ ਪੰਥ ਦਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ, ਮੈਂ ਸਿਰਫ ਪੰਥ ਲਈ ਲੜਾਂਗਾ, ਮੈਂ ਵਿਆਹ ਨਹੀਂ ਕਰਾਂਗਾ। ਕਿਉਂਕਿ ਜਿਹੜਾ ਵਾਰਸ ਚਾਹੀਦਾ ਸੀ ਉਹ ਮਿਲ ਗਿਆ। ਇਹ ਹੁੰਦੇ ਸੀ ਸਾਡੇ 18ਵੀਂ ਸਦੀ ਦੇ ਸਿੱਖਾਂ ਦੀ ਪਰੰਪਰਾ ਕਿ ਜੋ ਵਾਰਸ ਮਿਲ ਗਿਆ ਤੇ ਉਹਨੂੰ ਅਗਵਾਈ ਦੇ ਦਿਓ। ਪਰ ਅੱਜ ਇਸ ਗਲਤ ਧਰਮ ਛੱਡਣਾ ਬਹੁਤ ਹੈ। ਕਿਸੇ ਵੀ ਰਾਜਨੀਤਿਕ ਧਿਰ 'ਚ ਵੇਖ ਲਓ, ਹਰ ਰਾਜਨੀਤਿਕ ਧਿਰ ਚਾਹੁੰਦੀ ਹੈ ਕਿ ਅੱਗੋਂ ਮੇਰਾ ਪੁੱਤ, ਮੇਰਾ ਪੋਤਰਾ, ਮੇਰਾ ਪੋਤਰਾ ਉਹੀ ਰਾਜਗੱਦੀ ਦਾ ਵਾਰਸ ਹੋਵੇ। ਪਰ ਜੋ ਨੌਜਵਾਨ ਕਿਸੇ ਆਮ ਘਰਾਣੇ ਦੇ ਵਿੱਚੋਂ ਆਉਂਦਾ ਹੈ ਉਹਨੂੰ ਅਸੀਂ ਸਵੀਕਾਰਦੇ ਨਹੀਂ। ਉਹ ਗੱਲ ਫਿਰ ਉੱਥੇ ਆ ਜਾਂਦੀ ਹੈ ਜਿੱਥੇ ਜਾ ਕੇ ਤੁਲਸੀ ਕਹਿੰਦੇ ਨੇ ਕਿ ਉਹ ਐਸੋ ਜਨਮਿਓ ਜਗ ਮਾਹੈ ਪ੍ਰਭਤਾ ਪਾਏ ਜਿਸ ਮਨ ਮਤ ਨਾਏ। ਸੋ ਬਹੁਤ ਔਖਾ ਹੁੰਦਾ ਹੈ ਉਸ ਪ੍ਰਭਤਾ ਦੇ ਅਹੁਦੇ ਦੇ ਜਾਂ ਜਿਹੜਾ ਅਸੀਂ ਆਪਣੇ ਆਪ 'ਚ ਆਪੇ ਬਿੰਬ ਸਿਰਜਿਆ ਹੁੰਦਾ ਵੱਡੀ ਆਗੂ, ਉਹਦੇ 'ਚੋਂ ਜਿਹੜਾ ਨਿਕਲਦਾ ਹੁੰਦਾ ਹੈ ਉਹ ਬਹੁਤ ਜ਼ਿਆਦਾ ਔਖਾ ਹੁੰਦਾ। ਸੋ ਇਹ ਕੁਛ ਗੱਲਾਂ ਸੀ, ਇਹ ਉਹਦੀ ਸੋਚ ਨੂੰ ਡਿਫਾਈਨ ਕਰਦੀਆਂ ਕੁਛ ਗੱਲਾਂ ਸੀ ਜਿਨ੍ਹਾਂ ਗੱਲਾਂ ਦੇ ਕਰਕੇ ਤੁਸੀਂ ਆਪਣੇ ਮਨ ਦੇ ਵਿੱਚ ਦੀਪ ਨੂੰ ਜਗ੍ਹਾ ਦਿੱਤੀ। ਸੋ ਉਹ ਦੀਪ ਦੀਆਂ ਗੱਲਾਂ ਦੀ ਪਰਿਭਾਸ਼ਾ ਸੀ ਕਿ ਪਾਤਸ਼ਾਹੀ ਦਾਵਾ ਕੀ ਹੈ, ਹੋਂਦ ਜਿਹੜੀ ਹੈ ਸਮਾਜ ਤੋਂ ਲੈ ਕੇ ਰੂਹਾਨੀਅਤ ਦੇ ਦਾਇਰੇ ਤੱਕ ਅਸੀਂ ਕਿਵੇਂ ਵੇਖਦੇ ਹਾਂ। ਔਰ ਫਿਰ ਅਗਲੀ ਸਭ ਤੋਂ ਵੱਡੀ ਗੱਲ, ਜਦੋਂ ਦੀਪ ਬਾਰ-ਬਾਰ ਕੋਈ ਗੱਲ ਕਰਦਾ ਹੈ ਨਾ ਤਾਂ ਉਹ ਲੀਡਰਸ਼ਿਪ ਨੂੰ ਸਮਾਜਿਕ ਤੌਰ ਤੇ ਮੰਨਦਾ ਹੈ ਕਿ ਸਾਡੇ ਲੀਡਰ ਨੇ, ਪਰ ਜਦੋਂ ਰੂਹਾਨੀਅਤ ਦੀ ਅਗਵਾਈ ਦੀ ਗੱਲ ਕਰਦਾ ਇਹ ਤਾਂ ਗੁਰੂ ਪਾਤਸ਼ਾਹ ਆਪ ਅਗਵਾਈ ਕਰ ਰਹੇ, ਉਹਦੀ ਵਾਰ-ਵਾਰ ਹੀ ਗੱਲ ਕੀਤੀ ਹੈ। ਹੁਣ ਕਿਵੇਂ ਅਗਵਾਈ ਕਰ ਰਹੇ? ਕਿਉਂਕਿ ਸਾਨੂੰ ਗੁਰਦੇਵ ਪਾਤਸ਼ਾਹ ਨੇ ਕਹਿ ਦਿੱਤਾ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਸਾਡੀ ਪੰਜ ਪ੍ਰਧਾਨੀ ਜਿਹੜੀ ਪ੍ਰਣਾਲੀ ਹੈ ਉਹਦਾ ਆਧਾਰ ਕੀ ਸੀ?
ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਖੋ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਖੰਡੇ ਬਾਟੇ ਦੀ ਬਹੁਤ ਬਖਸ਼ਿਸ਼ ਕਰਦੇ ਨੇ, ਉਦੋਂ 5 ਪਿਆਰੇ ਹੋਰ ਨੇ, ਭਾਈ ਦਿਆਲ ਸਿੰਘ, ਧਰਮ ਸਿੰਘ, ਸਾਹਿਬ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ। ਜਦੋਂ ਚਮਕੌਰ ਦੀ ਗੜੀ ਨੂੰ ਛੱਡਦੇ ਨੇ, ਉਦੋਂ 5 ਪਿਆਰੇ ਹੋਰ ਨੇ। ਉਦੋਂ ਸਰਦਾਰ ਦਿਆਲ ਸਿੰਘ, ਧਰਮ ਸਿੰਘ, ਰਾਮ ਸਿੰਘ, ਮਾਨ ਸਿੰਘ ਤੇ ਰਾਮ ਸਿੰਘ ਪ੍ਰੋਹਤ, ਉਦੋਂ 5 ਪਿਆਰੇ ਹੋਰ ਨੇ। ਜਦੋਂ ਉਹਨਾਂ ਨੂੰ ਜੈਤਰਾਮ ਦੀ ਸਮਾਧ ਦੇ ਉੱਪਰ ਸਿੰਘ ਸਜਾ ਲਾਉਂਦੇ ਨੇ, ਤੁਸੀਂ ਕਬਰ ਨੂੰ ਤੀਰ ਦਾ ਸਜਾ ਕਰ ਦਿੱਤਾ, ਉਦੋਂ 5 ਪਿਆਰੇ ਹੋਰ ਨੇ, ਕਿਉਂਕਿ ਮਾਨ ਸਿੰਘ ਉਦੋਂ ਸ਼ਹਾਦਤ ਪ੍ਰਾਪਤ ਕਰ ਚੁੱਕੇ ਨੇ। ਜਦੋਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਤੋਰਦੇ ਨੇ, ਉਦੋਂ ਫਿਰ ਭਗਵੰਤ ਸਿੰਘ, ਬਾਜ ਸਿੰਘ, ਕੌਰ ਸਿੰਘ, ਵਿਨੋਦ ਸਿੰਘ, ਕਾਹਨ ਸਿੰਘ, ਉਦੋਂ 5 ਪਿਆਰੇ ਹੋਰ ਨੇ। ਪਰ ਉਹ 5 ਪਿਆਰੇ ਕੌਣ ਨੇ? ਜਿਹੜੀ ਸਮੁੱਚੀ ਕੌਮੀਅਤ ਦੇ ਮਨ ਦੇ ਅੰਦਰ ਦੀ ਜਿਹੜੀ ਸਮੂਹਿਕ ਚੇਤਨਤਾ ਹੈ, ਜਿਹੜੇ ਉਸ ਨੂੰ ਉਸ ਵੇਲੇ ਮੁਖਾਤਬ ਹੋ ਰਹੇ। ਸੋ ਜਦੋਂ ਅਸੀਂ ਕਹਿੰਦੇ, ਜਦੋਂ ਦੀਪ ਕਹਿੰਦਾ ਕਿ ਗੁਰੂ ਪਾਤਸ਼ਾਹ ਅਗਵਾਈ ਕਰ ਰਹੇ ਨੇ, ਉਹ ਅਗਵਾਈ ਪਤਾ ਕਿਹੜੀ ਹੈ? ਉਹ ਅਗਵਾਈ ਹੈ ਜਿਹੜੀ ਗੁਰੂ ਪਾਤਸ਼ਾਹ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਕਿ ਸੰਗਤ ਦੇ ਵਿੱਚ ਪਰਮਾਤਮਾ ਵਸ ਰਿਹਾ ਤੇ ਸੰਗਤ ਦੀ ਆਵਾਜ਼ ਸੁਣ ਕੇ ਉਸ ਆਵਾਜ਼ ਦਾ ਫੈਸਲਾ ਲੈਣਾ, ਇਹ ਅਕਾਲ ਪੁਰਖ ਦੀ ਅਗਵਾਈ ਹੈ। ਨਹੀਂ ਤੇ ਕੀ ਹੁੰਦਾ ਕਿ ਆਗੂ ਆਪ ਉਧਰੇ ਪੰਚੋਂ ਫੈਸਲੇ ਲੈਂਦੇ ਨੇ, ਸੰਗਤ ਦੀ ਜਿਹੜੀ ਗੱਲ ਹੈ ਉਹ ਪਿੱਛੇ ਰਹਿ ਜਾਂਦੀ ਹੈ। ਪਰ ਜਦੋਂ ਤੁਸੀਂ ਅਕਾਲ ਪੁਰਖ ਦੀ ਅਗਵਾਈ ਦੀ ਗੱਲ ਕਰੋਗੇ, ਫਿਰ ਫੈਸਲਾ ਸੰਗਤ ਦੇ ਵਿੱਚੋਂ ਲਿਆ ਜਾਂਦਾ ਹੈ। ਫਿਰ ਉਸ ਫੈਸਲੇ ਦੇ ਵਿੱਚੋਂ ਤਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ 21 ਮੋਹਰਾਂ ਦੀ ਤਨਖਾਹ ਲਾ ਦਿੱਤੀ ਜਾਂਦੀ ਹੈ, ਕਿਉਂਕਿ ਉੱਥੇ ਵਿੱਚ ਸੰਗਤ ਹਰ ਪ੍ਰਭ ਵਸੇ ਜੀ। ਸੋ ਇਹ ਕੁਝ ਗੱਲਾਂ ਸੀ, ਮੈਂ ਵਕਤ ਥੋੜਾ ਜਿਹਾ ਜ਼ਿਆਦਾ ਲੈ ਗਿਆ, ਕਿਵੇਂ ਦਾ ਜਾ ਚੁੱਕਿਆ। ਸੋ ਇਹ ਕੁਝ ਗੱਲਾਂ ਅਹਿਮ ਸੀ, ਖਾਸ ਕਰਕੇ ਦੀਪ ਸਿੱਧੂ ਜਿਹੜੀ ਸੋਚ ਸੀ ਪਾਤਸ਼ਾਹੀ ਦਾਅਵੇ ਤੋਂ ਪਾਤਸ਼ਾਹੀ ਤੱਕ, ਜਾਂ ਜਿਹੜਾ ਆਪਾਂ ਕਹਿੰਦੇ ਕਲੇਮ ਔਨ ਥਰੋਨ ਤੋਂ ਰਾਜ ਸੱਤਾ ਤੱਕ, ਇਸ ਨੂੰ ਸਮਝਣਾ ਸਾਡੇ ਨੌਜਵਾਨ ਵੀਰਾਂ ਵਾਸਤੇ ਬਹੁਤ ਜ਼ਰੂਰੀ ਸੀ। ਮੈਂ ਤੇ ਅਸੀਂ ਜਿਸ ਤਰ੍ਹਾਂ ਲੋਗੋ ਬਣਾਇਆ ਸੀ ਨਾ, ਆਹ ਲੋਗੋ ਤੁਹਾਡੇ ਫੋਨ 'ਚ ਹੋਵੇਗਾ ਨਾ, ਤੇ ਜਿਹੜੀਆਂ ਮੈਂ ਗੱਲਾਂ ਕਹੀਆਂ ਤੁਹਾਨੂੰ ਸਾਰੀਆਂ ਚੇਤੇ ਆ ਜਾਣੀਆਂ ਕਿ ਅਸੀਂ ਕਿੱਥੋਂ ਸ਼ੁਰੂ ਹੋਣਾ, ਤੇ ਮੀਰੀ ਪੀਰੀ ਦੇ ਅਧੀਨ ਜਿਹੜਾ ਬ੍ਰਹਮੰਡੀ ਰਾਜ ਹੈ ਉਹ ਸਾਡਾ ਨਿਸ਼ਾਨਾ ਹੈ। ਉਹ ਸਭ ਕੁਝ ਤੁਹਾਡੇ ਸਮਝ ਆ ਜਾਣਾ। ਇੰਨੀਆਂ ਬੇਨਤੀਆਂ ਪ੍ਰਵਾਨ ਫਤਿਹ ਦੀ ਸਾਂਝ ਸਤਿਕਾਰ ਸਾਹਿਬ ਰੱਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।